ਅਕਾਲ ਪੁਰਖ ਕੀ ਬਚਨ ਸਿਉ ਪ੍ਰਗਟਿਓ ਪੰਥ ਮਹਾਨ। ਗ੍ਰੰਥ ਪੰਥ ਗੁਰ ਮਾਨੀਐ ਤਾਰੀ ਸਕਲ ਕੁਲਾਨ। ਜੋ ਦਰਸਿਓ ਚਹਿ ਗੁਰੂ ਕੋ ਸੋ ਦਰਸੈ ਗੁਰੂ ਗ੍ਰੰਥ। ਪੜ੍ਹੈ ਸੁਨੈ ਸਵਾਰਥ ਲੈ ਪਰਮਾਰਥ ਕੋ ਪੰਥ। ਵਾਹਿਗੁਰੂ ਸਾਹਿਬ ਜੀ। ਅਕਾਲ ਪੁਰਖ ਕੀ ਆਗਿਆ ਪਾਏ ਪ੍ਰਗਟ ਭਇਓ ਰੂਪ ਮੁਨਵਰ ਕੋ। ਜਟਾ ਜੂਟ ਨਖ ਸਿੱਖ ਕਰ ਪਾਵਨ ਭਗਤ ਸੂਰ ਦੁਐ ਰੂਪ ਨਰਵਰ ਕੋ। ਅਕਾਲ ਪੁਰਖ ਕੀ ਆਗਿਆ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਦੀ ਅਪਾਰ ਕਿਰਪਾ ਦੀ ਦੁਆਰਾ ਅੱਜ ਆਪਾਂ ਗੁਰਮਤਿ ਵਿਦਿਆਲਾ ਕੈਰੋਂ ਵਿਖੇ ਬੈਠ ਕਰਕੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਦੀ ਅਕਾਲੀ ਗੁਰਬਾਣੀ ਸ਼੍ਰੀ ਲੋਹ ਪ੍ਰਕਾਸ਼ ਗ੍ਰੰਥ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਪਏ ਹਾਂ। ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪ੍ਰਕਾਸ਼ ਨਾਮ ਦੀ ਗੁਰਬਾਣੀ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਕੇ ਨਿਹਾਲ ਕਰਤਾਰਥ ਕਰਦੇ ਪਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੇ ਜਿਵੇਂ ਅਕਾਲ ਤਖਤ ਸਾਹਿਬ ਦੇ ਉੱਪਰ ਸ਼ਸਤਰ ਰੱਖ ਕੇ ਭਗਵੰਤ ਅਕਾਲ ਪੁਰਖ ਪਰਮੇਸ਼ਰ ਨੂੰ ਮਨਾਇਆ ਅਤੇ ਸ੍ਰੀ ਸਾਹਿਬ ਗਾਤਰੇ ਧਾਰਨ ਕਰਕੇ ਭਗਵੰਤੀ ਪਰਮੇਸ਼ਰ ਦੀ ਸ਼ਕਤੀ ਭਗਵਤੀ ਦੀ ਆਰਾਧਨਾ ਕੀਤੀ ਅਤੇ ਜਿੰਨੇ ਵੀ ਦੁਸ਼ਟ ਦੈਂਤਾਂ ਦੇ ਗਊਆਂ ਦੇ ਵੈਰੀ ਸਨ ਉਹਨਾਂ ਨੂੰ ਧਰਮ ਯੁੱਧ ਕਰਕੇ ਮਾਰਿਆ। ਫਿਰ ਮਹਾਰਾਜ ਕਲਗੀਧਰ ਜੀ ਕਹਿੰਦੇ ਸਾਡੀ ਡਿਊਟੀ ਲੱਗੀ ਅਕਾਲ ਪੁਰਖ ਪਰਮੇਸ਼ਰ ਵੱਲੋਂ। ਅਸਾਂ ਨੇ 4 ਵਰਨ ਤੇ ਆਸ਼ਰਮਾਂ ਨੂੰ ਸੋਧ ਸੁਧਾਰ ਕੇ ਮੱਥ ਕਰਕੇ ਤਤ ਖਾਲਸਾ ਪ੍ਰਗਟ ਕੀਤਾ। ਅੱਗੇ ਮਹਾਰਾਜ ਕਲਗੀਧਰ ਜੀ ਗੁਰੂ ਕੇ ਖਾਲਸੇ ਦਾ ਪ੍ਰਸੰਗ ਤੋਰਦੇ ਨੇ। ਕਿਵੇਂ ਆਗਿਆ ਹੋਈ ਅਕਾਲ ਪੁਰਖ ਪਰਮੇਸ਼ਰ ਦੀ ਤੇ ਕਿਵੇਂ ਗੁਰੂ ਕਾ ਪੰਥ ਖਾਲਸਾ ਪ੍ਰਗਟ ਕੀਤਾ। ਗੁਰੂ ਕੇ ਪੰਥ ਖਾਲਸੇ ਦਾ ਸਰੂਪ ਗੁਰੂ ਕੇ ਪੰਥ ਖਾਲਸੇ ਨੂੰ ਧੁਰ ਦਰਗਾਹ ਤੋਂ ਜੋ ਦਾਤ ਪ੍ਰਾਪਤ ਹੋਈ। ਗੁਰੂ ਕੇ ਪੰਥ ਖਾਲਸੇ ਦਾ ਰਾਜ ਕਿੰਨਾ ਕੁ ਹੈ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ। ਆਓ ਮਨ ਦੀਆਂ ਬਿਰਤੀਆਂ ਨੂੰ ਕਰੀਏ ਇਕਾਗਰ ਚਿਤ ਪਿਆਰ ਦੇ ਨਾਲ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਉਚਾਰੀਏ ਰਸਨਾ ਨੂੰ ਪਾਵਨ ਕਰਨ ਹਿਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਅਕਾਲ ਪੁਰਖ ਕੀ ਆਗਿਆ ਪਾਏ। ਮਹਾਰਾਜ ਕਲਗੀਧਰ ਜੀ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਦੀ ਆਗਿਆ ਨੂੰ ਪਾ ਕਰਕੇ ਅਕਾਲ ਪੁਰਖ ਪਰਮੇਸ਼ਰ ਦੀ ਆਗਿਆ ਹੋਈ ਆਪ ਜੀ ਮਾਤ ਲੋਕ ਤੇ ਜਾਓ ਅਤੇ ਗੁਰੂ ਕਾ ਪੰਥ ਖਾਲਸਾ ਪ੍ਰਗਟ ਕਰੋ। ਜਿਸ ਵਕਤ ਮਹਾਰਾਜ ਕਲਗੀਧਰ ਜੀ ਨੇ ਹੇਮਕੁੰਟ ਸਾਹਿਬ ਵਿਖੇ ਤਪ ਕੀਤਾ ਤੇ ਤਪ ਕਰਦਿਆਂ ਕਰਦਿਆਂ ਪਹਿਲਾਂ ਨਿਰਾਕਾਰ ਦੇ ਦਰਸ਼ਨ ਅਨੁਭਵ ਰੂਪ ਵਿੱਚ ਹੋਏ, ਫਿਰ ਸਰਗੁਣ ਦੇ ਦਰਸ਼ਨ ਹੋਏ,
ਨਿਰਾਕਾਰ ਦੇ ਅਨੁਭਵ ਹੋਣ ਤੇ ਜਾਪ ਜੀ ਅਤੇ ਸਰਗੁਣ ਦੇ ਦਰਸ਼ਨ ਹੋਣ ਤੇ ਮਹਾਰਾਜ ਕਲਗੀਧਰ ਜੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਨੇ ਭਵਾਨੀ ਉਸਤਤ ਸਰਬਲੋ ਪ੍ਰਕਾਸ਼ ਗ੍ਰੰਥ ਦੀ ਮੁੱਖ ਬਾਣੀ ਦਾ ਪਾਠ ਦੁਸ਼ਟ ਦਮਨ ਦੇ ਰੂਪ ਵਿੱਚ ਕੀਤਾ। ਤਪ ਕਰਤੇ ਹਰ ਮੋਹੇ ਬੁਲਾਇਓ, ਫਿਰ ਤਪੱਸਿਆ ਕਰਦਿਆਂ ਹੋਇਆਂ ਅਕਾਲ ਪੁਰਖ ਪਰਮੇਸ਼ਰ ਨੇ ਬੁਲਾਇਆ ਦੁਸ਼ਟ ਦਮਨ ਜੀ ਨੂੰ ਆਪਣੇ ਪਾਸ। ਤਾਕੀਦ ਕੀਤੀ ਦੁਨੀਆ ਦੇ ਉੱਪਰ ਜਾਓ ਤੇ ਜਾ ਕਰਕੇ ਪੰਥ ਚਲਾਓ। ਦੁਸ਼ਟ ਦਮਨ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪੰਥ ਤੇ ਅੱਗੇ ਬਹੁਤ ਨੇ, ਆਪ ਦੀ ਕਿਰਪਾ ਨਾਲ ਚੱਲ ਰਹੇ ਨੇ। ਅਕਾਲ ਪੁਰਖ ਪਰਮੇਸ਼ਰ ਨੇ ਫਰਮਾਇਆ, ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿਨ ਤਿਨ ਆਪਣਾ ਰਾਹੋ ਚਲਾਇਓ। ਜਿਨੇ ਜਿਨੇ ਥੋੜੀ ਸ਼ਕਤੀ ਨੂੰ ਪਾਇਆ ਹੈ, ਉਹਨੇ ਉਹਨੇ ਆਪਣਾ ਪੰਥ ਚਲਾ ਲਿਆ ਹੈ। ਆਪ ਜਾਓ ਦੁਨੀਆ ਦੇ ਉੱਪਰ ਪੰਥ ਚਲਾਓ, ਪੰਥ ਪ੍ਰਗਟ ਕਰੋ। ਠਾਠ ਭਇਓ ਮੈਂ ਜੋਰ ਕਰ ਭਜਨ ਕਹਾ ਸਿਰ ਨਿਆਏ, ਪੰਥ ਚੱਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ। ਜਦੋਂ ਤੁਹਾਡੀ ਸਹਾਇਤਾ ਹੋਵੇਗੀ ਦੁਨੀਆ ਦੇ ਉੱਪਰ ਪੰਥ ਚੱਲੇਗਾ। ਮਹਾਰਾਜ ਕਲਗੀਧਰ ਜੀ ਨੇ ਅਕਾਲ ਪੁਰਖ ਦੀ ਆਗਿਆ ਪਾ ਕੇ ਇਹ ਪੰਥ ਚਲਾਇਆ ਹੈ। ਗੁਰੂ ਖਾਲਸਾ ਜੀ ਕਈ ਕਹਿੰਦੇ ਨੇ ਕੌਮ, ਸਿੱਖ ਕੌਮ। ਕੌਮ ਗੁਰੂ ਖਾਲਸਾ ਜੀ ਇੱਕ ਫਿਰਕੇ ਦਾ ਨਾਮ ਹੈ। ਜਿਵੇਂ ਇਸਲਾਮ ਧਰਮ ਦੇ ਵਿੱਚ 72 ਕੌਮਾਂ ਨੇ, ਇਹ ਪੰਥ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਗੁਰਮੁਖ ਗਾਡੀ ਰਾਹੂ ਚਲਾਇਆ, ਸਿੱਧਾ ਮਾਰਗ ਚਲਾਇਆ ਹੈ ਗੁਰੂ ਨਾਨਕ ਦੇਵ ਜੀ ਨੇ। ਅਕਾਲ ਪੁਰਖ ਦੀ ਆਗਿਆ ਨੂੰ ਪਾ ਕਰਕੇ ਉਸੇ ਹੀ ਪੰਥ ਦੇ ਵਿੱਚ ਖਾਲਸਾ ਪ੍ਰਗਟ ਕਰਕੇ ਖਾਲਸਾ ਪੰਥ ਕਲਗੀਧਰ ਜੀ ਨੇ ਚਲਾਇਆ ਹੈ। ਇਸ ਲਈ ਗੁਰੂ ਖਾਲਸਾ ਜੀ ਕੌਮ ਨਹੀਂ ਆਖਣਾ ਚਾਹੀਦਾ। ਕੌਮ ਤੇ ਇੱਕ ਬੜੀ ਛੋਟੀ ਜੀ ਚੀਜ਼ ਹੈ, ਛੋਟਾ ਜਿਹਾ ਫਿਰਕਾ ਹੈ। ਇਹ ਤੇ ਗੁਰਮੁਖਾਂ ਦਾ ਪੰਥ ਹੈ, ਇਹ ਤੇ ਖਾਲਸੇ ਦਾ ਪੰਥ ਹੈ, ਇਹ ਤੇ ਸਿੱਧਾ ਪੰਥ ਹੈ ਜੋ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਮਿਲਦਾ ਹੈ। ਸੋ ਮਹਾਰਾਜ ਕਲਗੀਧਰ ਜੀ ਕਹਿੰਦੇ, ਅਕਾਲ ਪੁਰਖ ਦੀ ਆਗਿਆ ਨੂੰ ਪਾ ਕਰਕੇ ਪੁਰੀ ਪੁਰੀ ਬਸੰਤਾ ਸਾਹਿਬ ਪੁਰਖਾ ਜੋ ਪੁਰੀਆਂ ਪੁਰੀਆਂ ਵਿੱਚ ਵਸ ਰਿਹਾ ਏ, ਸਰੀਰਾਂ ਰੂਪੀ ਪੁਰੀਆਂ 'ਚ ਉਹਨੂੰ ਪੁਰਖ ਕਹਿੰਦੇ ਨੇ। ਤੇ ਪੂ ਨਰਕਾਂ ਤੋਂ ਰੱਖ ਰੱਖਿਆ ਕਰਦਾ ਏ ਜੋ, ਤੇ ਕਾਲ ਚੱਕਰ ਤੋਂ ਜੋ ਅਰਹਿਤ ਹੈ ਉਹਨੂੰ ਅਕਾਲ ਪੁਰਖ ਕਹਿੰਦੇ ਨੇ। ਖੱਖੇ ਨੂੰ ਔਂਕੜ ਹੈ, ਪੁਰਾਤਨ ਬੀੜਾਂ ਵਿੱਚ ਜੋ ਲੱਗੇਗੀ ਵੀ। ਤੇ ਗੁਰੂ ਖਾਲਸਾ ਜੀ ਉਸ ਅਕਾਲ ਪੁਰਖ ਪਰਮੇਸ਼ਰ ਦੀ ਆਗਿਆ ਨੂੰ ਪਾ ਕਰਕੇ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਪ੍ਰਗਟ ਭਇਓ ਰੂਪ ਮੁਨਵਰ ਕੋ। ਹਾਂ ਮਹਾਰਾਜ ਕਹਿੰਦੇ 1666 ਵਿਸਾਖੀ ਵਾਲੇ ਦਿਨ ਇਹ ਗੁਰੂ ਕਾ ਖਾਲਸਾ ਪ੍ਰਗਟ ਹੋਇਆ ਹੈ। ਇਹ ਮੁਨਵਰ ਸ੍ਰੇਸ਼ਟ ਮੁਨੀਆਂ ਦਾ ਰੂਪ ਹੈ। ਜਿਵੇਂ ਗੁਰੂ ਖਾਲਸਾ ਜੀ ਮੁਨੀ ਜਟਾਧਾਰੀ ਹੁੰਦੇ ਨੇ, ਇਦਾਂ ਹੀ ਗੁਰੂ ਕਾ ਖਾਲਸਾ ਜਟਾਧਾਰੀ ਹੈ। ਪੈਰ ਦੇ ਨਹੁੰ ਤੋਂ ਲਾਇਆ ਕਰਕੇ ਸਿਰ ਦੀ ਚੋਟੀ ਤੱਕ ਇਹ ਗੁਰੂ ਕਾ ਖਾਲਸਾ ਜਟਾ ਜੂਟ ਹੈ। ਤੇ ਪਹਿਲੇ ਜਿਹੜੇ ਮੁਨੀ ਜਨ ਹੁੰਦੇ ਸਨ, ਸ੍ਰੇਸ਼ਟ ਮੁਨੀ, ਉਹ ਵੀ ਜਟਾ ਜੂਟ ਹੁੰਦੇ ਸਨ। ਉਹ ਜਤੀ ਹੁੰਦੇ ਸਨ, ਬਚਨਾਂ ਦੇ ਪੂਰੇ ਸੂਰੇ ਹੁੰਦੇ ਸਨ। ਇਦਾਂ ਹੀ ਗੁਰੂ ਕਾ ਖਾਲਸਾ ਜਟਾ ਜੂਟ ਹੈ, ਬਚਨਾਂ ਦਾ ਪੂਰਾ ਸੂਰਾ ਹੈ, ਜਤੀ ਹੈ। ਐਸਾ ਹੀ ਗੁਰੂ ਕਾ ਖਾਲਸਾ ਪ੍ਰਗਟ ਹੋਇਆ ਹੈ। ਤੇ ਇਸੇ ਤਰ੍ਹਾਂ ਮੁਨਵਰ ਤੋਂ ਅਰਥ ਪਰਮਹੰਸ ਵੀ ਲੈਂਦੇ ਨੇ। ਪਰਮਹੰਸ ਗੁਰੂ ਖਾਲਸਾ ਜੀ ਇੱਕ ਅਵਸਥਾ ਹੈ। ਜਿਵੇਂ ਸੁਖਮਨੀ ਸਾਹਿਬ ਵਿੱਚ ਬ੍ਰਹਮ ਗਿਆਨੀ ਦੀ ਅਵਸਥਾ ਦਾ ਕਥਨ ਕੀਤਾ ਹੈ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੂ ਕਹਾਵੈ। ਜੈਸਾ ਸਵਰਨ ਤੈਸੀ ਉਸ ਮਾਟੀ, ਸੋਨਾ ਤੇ ਮਿੱਟੀ ਨੂੰ ਇੱਕ ਸਮਾਨ ਮੰਨਣਾ। ਪ੍ਰਭੂ ਦੀ ਹਰੇਕ ਆਗਿਆ ਨੂੰ ਸਿਰ ਮੱਥੇ ਮੰਨਣਾ, ਇਹ ਪਰਮਹੰਸਾਂ ਦੀ ਜੀਵਨ ਮੁਕਤਾਂ ਦੀ ਅਵਸਥਾ ਹੈ। ਐਸਾ ਪਰਮਹੰਸ ਜੀਵਨ ਮੁਕਤ ਅਵਸਥਾ ਵਾਲਾ ਇਹ ਗੁਰੂ ਕਾ ਖਾਲਸਾ ਪ੍ਰਗਟ ਹੋਇਆ ਏ। ਜਟਾ ਜੂਟ ਨਖ ਸਿੱਖ ਕਰ ਪਾਵਨ। ਮਹਾਰਾਜ ਕਲਗੀਧਰ ਜੀ ਕਹਿੰਦੇ, ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੇ ਕੇਸਾਂ ਦੀ ਚੋਟੀ ਤੱਕ
ਇਹ ਗੁਰੂ ਕਾ ਖਾਲਸਾ ਜਟਾ ਜੂਟ ਹੈ। ਭਾਵ ਕੇਸਾਂ ਰੂਪੀ ਜਟਾਵਾਂ ਦਾ ਧਾਰਨੀ ਹੈ। ਜਟਾ ਨਾਮ ਜਟਾਵਾਂ ਦਾ ਹੈ, ਕੇਸਾਂ ਦੀਆਂ ਲੜੀਆਂ ਦਾ ਹੈ। ਜੂਟ ਨਾਮ ਜੂੜੇ ਦਾ ਹੈ। ਤੋ ਕੇਸਾਂ ਦੀਆਂ ਲੜੀਆਂ ਇਕੱਠੀਆਂ ਕਰਕੇ ਸਿਰੇ ਉੱਪਰ ਜੂੜਾ ਕਰਨਾ, ਉਹਨੂੰ ਜਟਾ ਜੂਟ ਕਹਿੰਦੇ ਨੇ। ਤੇ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਭਾਵ ਜੂੜੇ ਤੱਕ ਇਹ ਪਾਵਨ ਹੈ। ਗੁਰੂ ਖਾਲਸਾ ਜੀ ਜਿਹੜਾ ਕੇਸ ਮੁੰਨ ਲੈਂਦਾ ਹੈ ਉਹ ਪਾਵਨ ਨਹੀਂ ਰਹਿੰਦਾ। ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ। ਸਾਬਤ ਸੂਰਤ ਜਿਹੜਾ ਛੇੜਖਾਨੀ ਕਰਦਾ ਹੈ ਨਾ, ਸਾਬਤ ਸੂਰਤ ਦੇ ਵਿੱਚ ਉਹ ਬੇਈਮਾਨ ਅਖਵਾਉਂਦਾ ਹੈ, ਉਹ ਅਪਾਵਨ ਅਖਵਾਉਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਕਾ ਖਾਲਸਾ ਪਾਵਨ ਹੈ। ਦੂਜੇ ਸਾਰੇ ਹੀ ਧਰਮ ਜਿਹੜੇ ਉਹ ਅਪਾਵਨ ਨੇ, ਅਪਵਿੱਤਰ ਨੇ। ਕਿਤੇ ਨਾ ਕਿਤੇ ਰੱਬ ਦੀ ਵੀ ਬਣਾਈ ਹੋਈ ਸੂਰਤ ਵਿੱਚ ਉਹਨਾਂ ਨੇ ਛੇੜਖਾਨੀ ਕੀਤੀ ਹੈ। ਇਹ ਗੁਰੂ ਕਾ ਖਾਲਸਾ ਪਾਵਨ ਪਵਿੱਤਰ ਹੈ, ਇਹਨੇ ਕੋਈ ਛੇੜਖਾਨੀ ਨਹੀਂ ਕੀਤੀ। ਇਹ ਬੇਈਮਾਨ ਨਹੀਂ, ਇਹ ਈਮਾਨ ਵਾਲਾ ਧਰਮ ਵਾਲਾ ਹੈ। ਜੈਸਾ ਅਕਾਲ ਪੁਰਖ ਪਰਮੇਸ਼ਰ ਨੇ ਸੂਰਤ ਦਾ ਧਰਮ ਬਣਾਇਆ ਹੈ, ਵੈਸਾ ਹੀ ਇਹਨੇ ਧਰਮ ਰੱਖਿਆ ਹੈ। ਐਸਾ ਇਹ ਜਟਾਧਾਰੀ ਗੁਰੂ ਕਾ ਖਾਲਸਾ ਹੈ। ਭਗਤ ਸੂਰ ਦੁਐ ਰੂਪ ਨਰ ਵਰ ਕੋ। ਦੁਐ ਭਾਵੈ ਪੈਰ ਵਿੱਚ ਤੇ ਉੱਤੇ ਦੱਦੇ ਦੇ ਦਲਾਵਾਂ ਨੇ। ਤੋ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਇਹ ਨਰਵਰ ਕਹੀਏ ਸ੍ਰੇਸ਼ਟ ਨਰ, ਭਾਵ ਮਰਦੇ ਜੁਆਂ। ਇਹ ਭਗਤ ਤੇ ਸੂਰਮਾ ਹੈ। ਜੁਆਂ ਮਰਦ ਗੁਰੂ ਕਾ ਖਾਲਸਾ ਇਹ ਦੋ ਰੂਪਾਂ ਕਰਕੇ ਪ੍ਰਧਾਨ ਹੈ। ਭਗਤਾਂ ਦੇ ਵਿੱਚੋਂ ਵੱਡਾ ਭਗਤ ਹੈ, ਸੂਰਮਿਆਂ ਦੇ ਵਿੱਚੋਂ ਵੱਡਾ ਸੂਰਮਾ ਹੈ। ਗੁਰੂ ਖਾਲਸਾ ਜੀ ਜੰਗ ਦੇ ਮੈਦਾਨ ਵਿੱਚ ਖਾਲਸੇ ਨੇ ਕਿੰਨੇ ਜੰਗ ਮਚਾਏ ਨੇ। ਜੰਗਲਾਂ ਵਿੱਚ ਰਿਹਾ ਹੈ, ਰੁੱਖਾਂ ਦੀਆਂ ਛਿੱਲਾਂ ਖਾ ਖਾ ਕੇ ਗੁਜ਼ਾਰੇ ਕੀਤੇ ਨੇ, ਤੇ ਘੋੜਿਆਂ ਦੀਆਂ ਕਾਠੀਆਂ ਦੇ ਉੱਪਰ ਰਹਿ ਕਰਕੇ ਹਣੇ ਹਣੇ ਦਾ ਪਾਤਸ਼ਾਹ ਕਹਿਣ ਵਾਲਾ ਇਹ ਗੁਰੂ ਕਾ ਖਾਲਸਾ ਇਹ ਸੂਰਮਾ ਹੈ। ਸੂਰਬੀਰ ਬਚਨ ਕੇ ਬਲੀ, ਜਿਹੜਾ ਬਚਨ ਕਰ ਲਿਆ ਉਹ ਬਚਨ ਤੋਂ ਖਾਲਸਾ ਪਿੱਛੇ ਨਹੀਂ ਹਟਿਆ। ਭਗਤੀ ਕੈਸੀ ਹੈ। ਗੁਰੂ ਖਾਲਸਾ ਜੀ 100 ਜਪਜੀ ਸਾਹਿਬ ਦੇ ਪਾਠ ਬਾਬਾ ਦੀਪ ਸਿੰਘ ਸਾਹਿਬ ਜੀ ਬ੍ਰਹਮ ਗਿਆਨੀ ਕਰਦੇ ਰਹੇ। 5 ਗ੍ਰੰਥੀ ਦਾ ਨਿਤਨੇਮ, 10 ਗ੍ਰੰਥੀ ਦਾ ਨਿਤਨੇਮ ਕਈ ਗੁਰੂ ਕੇ ਸਿੱਖ ਕਰਦੇ ਸਨ। ਐਸੇ ਭਗਤ ਨੇ ਬੇਰ ਖਾ ਖਾ ਕੇ, ਛੋਲੇ ਚੱਬ ਚੱਬ ਕੇ, ਬਜ਼ੁਰਗੀ ਦੀ ਅਵਸਥਾ ਵਿੱਚ ਗੁਰਬਾਣੀ ਦੀਆਂ ਪੋਥੀਆਂ ਲਿਖਣੀਆਂ ਤੇ ਨਿਤਨੇਮ ਕਰਨਾ। ਐਸਾ ਇਹ ਗੁਰੂ ਕਾ ਖਾਲਸਾ ਭਗਤ ਸਦਵਾਉਂਦਾ ਹੈ। ਜੰਗ ਦੇ ਮੈਦਾਨ ਦੇ ਵਿੱਚ ਸੂਰਮਾ ਸਦਵਾਉਂਦਾ ਹੈ। ਨਰਵਰ ਕਹੀਏ ਜਵਾਂ ਮਰਦ ਜੋ ਗੁਰੂ ਕਾ ਖਾਲਸਾ ਹੈ। ਇਸ ਗੁਰੂ ਕੇ ਖਾਲਸੇ ਦੇ ਇਹ ਦੋ ਰੂਪ ਹਨ। ਚੱਕਰ ਵੈ ਪਦ ਦਾਤ ਧੁਰ ਪਾਇਓ। ਹਾਂ, ਕਈ ਕਹਿੰਦੇ ਆ ਵੀ ਖਾਲਸਾ ਚੱਕਰਵਰਤੀ ਕਿਉਂ ਰਹਿੰਦਾ ਹੈ। ਪੁਰਾਣੇ ਗੁਰੂ ਖਾਲਸਾ ਜੀ ਜਿਹੜੇ ਗੁਰੂ ਕੇ ਸਿੰਘ ਹੁੰਦੇ ਸਨ, ਉਹ ਆਪਣੇ ਨਾਮ ਦੇ ਪਿੱਛੇ ਚੱਕਰਵਰਤੀ ਪਦ ਲਿਖਿਆ ਕਰਦੇ ਸਨ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਜਥਾ ਪਿੰਡਰਾਂ ਚੱਕਰਵਰਤੀ, ਪਿੱਛੇ ਚੱਕਰਵਰਤੀ ਲਿਖਣਾ। ਅਤੇ ਇਸੇ ਤਰ੍ਹਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚੱਕਰਵਰਤੀ ਗੁਰੂ ਖਾਲਸਾ ਜੀ, ਇਹ ਸਾਰੇ ਪੰਥਾਂ ਦੇ ਪਿੱਛੇ ਚੱਕਰਵਰਤੀ ਲਿਖਿਆ ਜਾਂਦਾ ਸੀ। ਗੁਰੂ ਕਾ ਪੰਥ ਖਾਲਸਾ ਚੱਕਰਵਰਤੀ ਰਹਿੰਦਾ ਸੀ। ਗੁਰਧਾਮਾਂ ਉੱਪਰ ਵਿਚਰਦਾ, ਸਤਿਗੁਰਾਂ ਦੇ ਸ਼ਹੀਦਾਂ ਦੇ ਵੱਡਿਆਂ ਦੇ ਜੋੜ ਮੇਲੇ ਮਨਾਉਂਦਾ ਅਤੇ ਗੁਰਸਿੱਖੀ ਦਾ ਪ੍ਰਚਾਰ ਕਰਦਾ ਸੀ। ਤੋ ਅੱਜ ਵੀ ਗੁਰੂ ਖਾਲਸਾ ਜੀ ਨਿਹੰਗ ਸਿੰਘ ਗੁਰੂ ਕਾ ਪੰਥ ਖਾਲਸਾ ਚੱਕਰਵਰਤੀ ਵਿਚਰਦਾ ਹੈ। ਗੁਰਧਾਮਾਂ ਤੇ ਜਾਂਦਾ ਹੈ। ਦੁਸ਼ਹਿਰਾ ਸੱਚਖੰਡ ਹਜੂਰ ਸਾਹਿਬ ਵਿਖੇ, ਦੀਵਾਲੀ ਗੁਰੂ ਖਾਲਸਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ ਸਾਹਿਬਜ਼ਾਦਿਆਂ ਦੇ ਜੋੜ ਮੇਲੇ, ਰੱਖੜ ਪੁੰਨਿਆਂ ਦਾ ਮੇਲਾ ਬਾਬੇ ਬਕਾਲੇ ਸਾਹਿਬ ਵਿਖੇ, 40 ਮੁਕਤਿਆਂ ਦੀ ਯਾਦ ਵਿੱਚ ਮੁਕਤਸਰ ਸਾਹਿਬ ਵਿਖੇ ਗੁਰੂ ਕਾ ਪੰਥ ਖਾਲਸਾ ਇਕੱਠਾ ਹੁੰਦਾ ਹੈ। ਚੱਕਰਵਰਤੀ ਵਿਚਰਦਾ ਹੈ। ਅੰਮ੍ਰਿਤ ਛਕਾਉਂਦੇ ਨੇ, ਗੁਰਸਿੱਖੀ ਦਾ ਪ੍ਰਚਾਰ ਕਰਦੇ ਨੇ। ਇਹ ਚੱਕਰਵਰਤੀ ਪਦਵੀ ਕਿੱਥੋਂ ਪਾਈ ਹੈ? ਇਹ ਦਾਤ ਧੁਰ ਦਰਗਾਹ ਤੋਂ ਪਾਈ ਹੈ। ਕੋ ਸਤਨਾਮ ਸ੍ਰੀ ਵਾਹਿਗੁਰੂ। ਧੁਰ ਦਰਗਾਹ ਤੋਂ ਇਹ ਦਾਤ ਪ੍ਰਾਪਤ ਹੋਈ ਹੈ, ਇਹ ਪਦਵੀ ਪ੍ਰਾਪਤ ਹੋਈ ਹੈ ਵੀ ਗੁਰੂ ਕੇ ਖਾਲਸੇ ਨੇ ਚੱਕਰਵਰਤੀ ਰਹਿਣਾ ਹੈ।
ਇਹ ਗੁਰੂ ਕਾ ਖਾਲਸਾ ਕਦੇ ਟਿਕ ਨਹੀਂ ਸਕਦਾ। ਗੁਰੂ ਖਾਲਸਾ ਜੀ ਜਿਹੜੀਆਂ ਆਜ਼ਾਦ ਫੌਜਾਂ ਹੁੰਦੀਆਂ ਨੇ ਉਹਨਾਂ ਨੂੰ ਪਿੰਜਰੇ 'ਚ ਪਾ ਕੇ ਨਹੀਂ ਰੱਖਿਆ ਜਾ ਸਕਦਾ। ਪੰਛੀ ਦਾ ਕੰਮ ਹੁੰਦਾ ਹੈ ਉੱਡਦੇ ਰਹਿਣਾ। ਜੇ ਕੋਈ ਪੰਛੀ ਨੂੰ ਗੁਰੂ ਖਾਲਸਾ ਜੀ ਪਿੰਜਰੇ 'ਚ ਪਾ ਕੇ ਰੱਖਣਾ ਚਾਹੇ ਨਾ ਤੇ ਪੰਛੀ ਦੇ ਚਿਹਰੇ ਉੱਪਰ ਉਹੋ ਜੀ ਖੁਸ਼ਹਾਲੀ, ਉਹੋ ਜੀ ਰੂਹਾਨੀ ਨਹੀਂ ਰਹਿੰਦੀ ਜੈਸੀ ਰੂਹਾਨੀ ਖੁਸ਼ਹਾਲੀ ਆਕਾਸ਼ ਮੰਡਲ ਦੇ ਵਿੱਚ ਰਹਿੰਦੀ ਹੈ। ਗੁਰੂ ਕਾ ਖਾਲਸਾ ਵੀ ਬਿਹੰਗਮ ਹੈ। ਬਿਹੰਗਮ ਕਹਿੰਦੇ ਨੇ ਪੰਛੀ ਨੂੰ। ਜਿਵੇਂ ਪੰਛੀ ਚੱਕਰਵਰਤੀ ਰਹਿੰਦਾ ਏ, ਇਦਾਂ ਜਿਹੜਾ ਬਿਹੰਗਮ ਗੁਰੂ ਕਾ ਖਾਲਸਾ ਏ ਚੱਕਰਵਰਤੀ ਰਹਿੰਦਾ ਹੈ। ਬਚਨ ਆਉਂਦਾ ਏ ਗਗਨ ਮੰਡਲ ਮੈਂ ਬੁੰਗਾ ਹਮਾਰਾ ਮਾਂ ਕਾਲ ਰਖਵਾਰਾ ਹੈ। ਗਗਨ ਮੰਡਲ ਦੇ ਵਿੱਚ ਜਿਵੇਂ ਪੰਛੀ ਉੱਡਦਾ ਹੈ ਨਾ, ਇਦਾਂ ਹੀ ਗੁਰੂ ਕਾ ਪੰਥ ਖਾਲਸਾ ਉੱਡਦਾ ਰਹਿੰਦਾ ਹੈ, ਚੱਕਰਵਰਤੀ ਰਹਿੰਦਾ ਹੈ। ਤੇ ਮਾਂ ਕਾਲ ਅਕਾਲ ਪੁਰਖ ਪਰਮੇਸ਼ਰ ਗੁਰੂ ਕੇ ਖਾਲਸੇ ਦੀ ਰਾਖੀ ਕਰਦਾ ਹੈ। ਗਗਨ ਮੰਡਲ ਮੈਂ ਬੁੰਗਾ ਹਮਾਰਾ, ਬੁੰਗਾ ਹੁੰਦਾ ਏ ਰਹਿਣ ਦੀ ਥਾਂ। ਤੋ ਸਿੰਘਾਂ ਨੂੰ ਪੁੱਛੀਏ ਤੁਸੀਂ ਰਹਿੰਦੇ ਕਿੱਥੇ ਹੋ, ਤੁਹਾਡਾ ਬੁੰਗਾ ਕਿੱਥੇ ਹੈ? ਉਹ ਕਹਿੰਦੇ ਗਗਨ ਮੰਡਲ ਵਿੱਚ। ਜਿਵੇਂ ਪੰਛੀ ਗਗਨ ਮੰਡਲ ਵਿੱਚ ਹੀ ਰਹਿੰਦਾ ਹੈ ਨਾ, ਵਿਚਰਦਾ ਰਹਿੰਦਾ ਹੈ, ਇਦਾਂ ਅਸੀਂ ਵੀ ਵਿਚਰਦੇ ਰਹਿੰਦੇ ਹਾਂ ਪੰਛੀ ਵਾਂਗ। ਸਭ ਥਾਵਾਂ ਤੇ ਸਾਡਾ ਬੁੰਗਾ ਹੈ, ਕੋਈ ਸਾਡਾ ਨਿਯਤ ਥਾਂ ਨਹੀਂ। ਅਕਾਲ ਪੁਰਖ ਪਰਮੇਸ਼ਰ ਸਾਡਾ ਰਾਖਾ ਹੈ। ਐਸਾ ਗੁਰੂ ਖਾਲਸਾ ਜੀ ਇਹ ਦਾਤ, ਇਹ ਪਦਵੀ ਗੁਰੂ ਕੇ ਪੰਥ ਖਾਲਸੇ ਨੂੰ ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ ਵਿੱਚੋਂ ਪ੍ਰਾਪਤ ਹੋਈ ਹੈ। ਤੋ ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹੜੀ ਚੱਕਰਵਰਤੀ ਪਦਵੀ ਹੈ ਨਾ, ਇਹ ਗੁਰੂ ਕੇ ਪੰਥ ਖਾਲਸੇ ਨੇ ਦਾਤ ਧੁਰ ਦਰਗਾਹ ਤੋਂ ਪਾਈ ਹੈ। ਧਰਮ ਰਾਜ ਪੁੰਚਤ ਗਿਰਵਰ ਕੋ। ਹਾਂ, ਜਿਹੜਾ ਗੁਰੂ ਕਾ ਖਾਲਸਾ ਹੈ ਗਿਰਵਰ ਮੈਨੇ ਭਾਰੀ ਧਰਮ ਦਾ ਰਾਜ ਭੋਗਦਾ ਪਿਆ ਹੈ। ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਗੁਰਧਾਮਾਂ ਦੀ ਯਾਤਰਾ ਕਰਦਾ ਗੁਰੂ ਕਾ ਖਾਲਸਾ ਧਰਮ ਦਾ ਰਾਜ ਕਮਾਉਂਦਾ ਪਿਆ ਹੈ। ਪਹਿਲੇ ਗੁਰੂ ਖਾਲਸਾ ਜੀ ਜਿਹੜਾ ਦਿੱਲੀ ਦੇ ਤਖਤ ਤੇ ਬੈਠਦਾ ਸੀ ਉਹ ਚੱਕਰਵਰਤੀ ਰਹਿੰਦਾ ਸੀ। ਚੱਕਰਵਰਤੀ ਰਹਿ ਕਰਕੇ ਤੇ ਉਹ ਗੁਰੂ ਖਾਲਸਾ ਜੀ ਵਿਚਰਦਾ ਤੇ ਲੋਕਾਂ ਦਾ ਭਲਾ ਕਰਦਾ, ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਹਾਮੀਦਾਰ ਹੁੰਦਾ। ਤੇ ਦਿੱਲੀ ਦੇ ਤਖਤ ਤੇ ਬੈਠਣ ਵਾਲੇ ਨੇ 4 ਤਖਤ ਬਣਾਏ ਹੁੰਦੇ ਸੀ, ਲਾਹੌਰ, ਕਲਾਨੌਰ, ਔਰੰਗਾਬਾਦ, ਦਿੱਲੀ। ਤੇ 5ਵਾਂ ਗੁਰੂ ਖਾਲਸਾ ਜੀ ਉਹ ਆਪਣੇ ਆਪ ਨੂੰ ਤਖਤ ਸਮਝਦਾ ਸੀ ਵੀ ਜਿੱਥੇ ਵੀ ਮੈਂ ਜਾਵਾਂ ਮੈਂ 5ਵਾਂ ਤਖਤ ਹਾਂ। ਤੇ 4ਵਾਂ ਤਖਤਾਂ ਤੇ ਜਾ ਕਰਕੇ ਉਹ ਬੈਠਦਾ ਸੀ। ਇਦਾਂ ਹੀ ਗੁਰੂ ਕੇ ਪੰਥ ਖਾਲਸੇ ਨੇ 4 ਤਖਤ ਬਣਾਏ, ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਅਤੇ ਇਸੇ ਤਰ੍ਹਾਂ ਗੁਰੂ ਖਾਲਸਾ ਜੀ ਸੱਚਖੰਡ ਸ਼੍ਰੀ ਹਜੂਰ ਸਾਹਿਬ, ਅਤੇ ਇਸੇ ਤਰੀਕੇ ਦੇ ਨਾਲ ਗੁਰੂ ਖਾਲਸਾ ਜੀ ਸ਼੍ਰੀ ਕੇਸਗੜ੍ਹ ਸਾਹਿਬ। ਇਹ 4 ਤਖਤ ਨੇ ਗੁਰੂ ਕੇ ਪੰਥ ਖਾਲਸੇ ਦੇ। 5ਵਾਂ ਗੁਰੂ ਕਾ ਪੰਥ ਖਾਲਸਾ ਆਪਣੇ ਆਪ ਵਿੱਚ ਤਖਤ ਹੈ। ਗੁਰੂ ਖਾਲਸਾ ਜੀ ਜੇ 4 ਤਖਤਾਂ ਦੇ ਉੱਪਰ ਆ ਕਰਕੇ ਵੈਰੀ ਦਲ ਬੈਠ ਜਾਵੇ ਤੇ ਗੁਰੂ ਕੇ ਪੰਥ ਖਾਲਸੇ ਨੇ ਹੁਕਮ ਕਿੱਥੋਂ ਲੈ ਕੇ ਦੇਣਾ ਹੈ? ਉਹ 5ਵਾਂ ਤਖਤ ਜੰਗਲਾਂ ਵਿੱਚ ਰਹਿੰਦਾ ਵੀ ਹੁਕਮਨਾਮਾ ਜਾਰੀ ਕਰ ਲੈਂਦਾ ਸੀ। ਇਸ ਤਰ੍ਹਾਂ ਇਹ ਵਿਉਂਤਬੰਦੀ ਹੁੰਦੀ ਸੀ। ਜਿਵੇਂ ਦਿੱਲੀ ਦੇ ਤਖਤ ਤੇ ਬਹਿਣ ਵਾਲਾ ਉਹ 4 ਤਖਤ ਬਣਾਏ ਹੋਏ ਸਨ। ਜੇ ਵੈਰੀ ਦਲ 4 ਤਖਤਾਂ ਤੇ ਬੈਠ ਜਾਂਦਾ ਤੇ ਉਹ ਆਪਣੇ ਆਪ ਨੂੰ ਰਾਜਾ ਨਹੀਂ ਸੀ ਅਖਵਾ ਸਕਦਾ ਜਿੰਨਾ ਚਿਰ ਤੱਕ ਮੌਜੂਦਾ ਰਾਜੇ ਨੂੰ ਨਾ ਮਾਰਿਆ ਜਾ ਸਕੇ। ਮੌਜੂਦਾ ਰਾਜੇ ਨੂੰ ਪਕੜਦੇ, ਬੰਦੀ ਬਣਾਉਂਦੇ ਜਾਂ ਉਹਨੂੰ ਮਾਰਦੇ ਤੇ ਫਿਰ ਉਹ 4 ਤਖਤਾਂ ਦੇ ਉੱਪਰ ਰਾਜ ਕਾਇਮ ਕਰਦਾ ਤੇ ਚੱਕਰਵਰਤੀ ਹੋ ਕੇ ਵਹੀਰ ਲੈ ਕੇ ਤੁਰਦਾ, ਆਪਣੇ ਆਪ ਨੂੰ ਹਿੰਦੁਸਤਾਨ ਦਾ ਰਾਜਾ ਅਖਵਾਉਂਦਾ ਸੀ। ਇਸੇ ਤਰੀਕੇ ਨਾਲ ਗੁਰੂ ਕੇ ਪੰਥ ਖਾਲਸੇ ਦੇ ਵਿੱਚ ਵੀ ਇਹ 4 ਤਖਤ ਤੇ 5ਵਾਂ ਗੁਰੂ ਕਾ ਪੰਥ ਖਾਲਸਾ ਸੀ। ਜਿੱਥੇ ਵੀ ਚਾਹੁੰਦਾ ਗੁਰੂ ਕਾ ਪੰਥ ਖਾਲਸਾ ਸਰਬੱਤ ਖਾਲਸਾ ਇਕੱਤਰ ਹੋ ਕਰਕੇ ਹੁਕਮਨਾਮਾ ਜਾਰੀ ਕਰ ਲੈਂਦੀ ਸਨ। ਇੰਜ ਗੁਰੂ ਕੇ ਪੰਥ ਖਾਲਸੇ ਨੇ ਇਹ ਚੱਕਰਵਰਤੀ ਦਾਤ ਪ੍ਰਾਪਤ ਕੀਤੀ। ਕਦੇ ਕਦੇ 4 ਤਖਤਾਂ ਤੇ ਜਾਂਦੇ। ਹੋਲਾ ਮਹੱਲਾ ਗੁਰੂ ਖਾਲਸਾ ਜੀ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਉਂਦੇ। ਦੀਵਾਲੀ ਦਾ ਪੁਰਬ ਆ ਕੇ ਸ਼੍ਰੀ ਅਕਾਲ ਤਖਤ ਤੇ ਮਨਾਉਂਦੇ। ਇਸੇ ਤਰ੍ਹਾਂ ਦੁਸ਼ਹਿਰਾ ਸੱਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਤੇ ਮਹਾਰਾਜ ਕਲਗੀਧਰ ਜੀ ਦਾ ਪ੍ਰਕਾਸ਼ ਦਿਵਸ
ਸ੍ਰੀ ਹਰਿਮੰਦਰ ਜੀ ਵਿਖੇ ਜਾ ਕੇ ਮਨਾਉਂਦੇ ਤੇ ਆਪ ਵਿਚਰਦੇ ਰਹਿੰਦੇ ਅਤੇ ਰਾਜੇ ਬਣ ਕੇ ਧਰਮ ਦਾ ਰਾਜ ਭੋਗਦੇ। ਗਿਰਵਰ ਮੈਨੇ ਭਾਰੀ ਜਾਂ ਗਿਰਵਰ ਕਹੀਏ ਪਹਾੜਾਂ ਤੱਕ ਵੱਡਾ ਰਾਜ ਗੁਰੂ ਕਾ ਖਾਲਸਾ ਭੋਗਦਾ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਇਹ ਦਾਤਾਂ ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ ਵਿੱਚੋਂ ਖਾਲਸੇ ਨੂੰ ਪ੍ਰਾਪਤ ਹੋਈਆਂ ਨੇ। ਉਦੈ ਅਸਤ ਸਾਮੁਦਰ ਪ੍ਰਜੰਤੰ। ਫਿਰ ਮਹਾਰਾਜ ਕਲਗੀਧਰ ਜੀ ਕਹਿੰਦੇ ਖਾਲਸੇ ਦਾ ਰਾਜ ਕਿੱਥੋਂ ਤੱਕ ਹੈ? ਮਹਾਰਾਜ ਕਹਿੰਦੇ ਜਿੱਥੋਂ ਸੂਰਜ ਚੜ੍ਹਦਾ ਉੱਥੋਂ ਲੈ ਕੇ ਜਿੱਥੇ ਜਾ ਕੇ ਸਮੁੰਦਰਾਂ ਦੇ ਵਿੱਚ ਸੂਰਜ ਡੁੱਬਦਾ ਹੈ, ਜਿੱਥੇ ਧਰਤੀ ਵੀ ਨਹੀਂ ਉੱਥੇ ਗੁਰੂ ਕੇ ਪੰਥ ਖਾਲਸੇ ਦਾ ਰਾਜ ਹੈ। ਕਈ ਗੁਰੂ ਖਾਲਸਾ ਜੀ ਇਹੋ ਜਿਹਾ ਸਮੁੰਦਰੀ ਇਲਾਕਾ ਹੈ ਜਿੱਥੇ ਹਨੇਰਾ ਹੀ ਰਹਿੰਦਾ ਹੈ, ਰੋਸ਼ਨੀ ਜਾਂਦੀ ਹੀ ਨਹੀਂ। ਜਿੱਥੋਂ ਸੂਰਜ ਚੜ੍ਹਦਾ, ਜਿੱਥੇ ਸਮੁੰਦਰਾਂ ਵਿੱਚ ਜਾ ਕੇ ਸੂਰਜ ਡੁੱਬਦਾ ਹੈ, ਪ੍ਰਯੰਤੰ ਕਹੀਏ ਤੱਕ, ਉੱਥੋਂ ਤੱਕ ਗੁਰੂ ਕੇ ਪੰਥ ਖਾਲਸੇ ਦਾ ਰਾਜ ਹੈ। ਅਬ ਚਲ ਰਾਜ ਮਿਲਿਓ ਸੁਰਪੁਰ ਕੋ। ਮਾਨੋ ਇਹ ਸਵਰਗਾਂ ਦਾ ਰਾਜ ਹੀ ਅਬਚਲ ਰਾਜ ਗੁਰੂ ਕੇ ਪੰਥ ਖਾਲਸੇ ਨੂੰ ਮਿਲਿਆ ਹੈ। ਮਿਲਿਓ ਅੱਧਾ ਜੋ ਹੈ ਸੁਰਪੁਰੀ ਦਾ ਰਾਜ ਹੀ ਗੁਰੂ ਕੇ ਪੰਥ ਖਾਲਸੇ ਨੂੰ ਮਿਲਿਆ ਹੈ। ਸ਼ਰਧਾਵਾਨ ਗੁਰੂ ਕੇ ਸਿੱਖ ਦਾ ਅਰਥ ਇਹ ਵੀ ਕਰਦੇ ਨੇ, ਮਹਾਰਾਜ ਕਲਗੀਧਰ ਨੇ ਇਸ਼ਾਰਾ ਕੀਤਾ ਹੈ ਕਿ ਗੁਰੂ ਕੇ ਪੰਥ ਖਾਲਸੇ ਦਾ ਰਾਜ ਉਦੇ ਤੋਂ ਲੈ ਕੇ ਅਸਤ ਤੱਕ ਹੋਵੇਗਾ। ਅਬਚਲ ਰਾਜ, ਟਿਕਿਆ ਹੋਇਆ ਰਾਜ, ਜਿਹਨੂੰ ਕੋਈ ਦੁਨੀਆ ਦਾ ਤਖਤ ਹਿਲਾ ਨਾ ਸਕੇ, ਇਹੋ ਜਿਹਾ ਰਾਜ ਖਾਲਸਾ ਭੋਗੇਗਾ। ਤੇ ਸੁਰਪੁਰ ਸਵਰਗਾਂ ਦੀ ਪੁਰੀ ਵਿੱਚ ਗੁਰੂ ਕੇ ਖਾਲਸੇ ਦਾ ਤਖਤ ਲੱਗੇਗਾ। ਉਥੋਂ ਗੁਰੂ ਕਾ ਖਾਲਸਾ ਹੁਕਮਨਾਮੇ ਜਾਰੀ ਕਰੇਗਾ ਤੇ ਹੁਕਮ ਗੁਰੂ ਖਾਲਸਾ ਜੀ ਤਿੰਨਾਂ ਲੋਕਾਂ ਦੇ ਉੱਪਰ ਚੱਲੇਗਾ। ਐਸਾ ਗੁਰੂ ਕੇ ਪੰਥ ਖਾਲਸੇ ਦਾ ਰਾਜ ਹੋਵੇਗਾ। ਪੰਥ ਖਾਲਸਾ ਭਇਓ ਪੁਨੀਤਾ। ਮਹਾਰਾਜ ਕਲਗੀਧਰ ਜੀ ਕਹਿੰਦੇ ਐਸਾ ਗੁਰੂ ਕਾ ਪੰਥ ਖਾਲਸਾ ਪ੍ਰਗਟ ਹੋਇਆ ਹੈ। ਐਸਾ ਦੁਨੀਆ ਦੇ ਉੱਪਰ ਪੁਨੀਤਾ ਮੈਨੇ ਪ੍ਰਗਟ ਗੁਰੂ ਕਾ ਪੰਥ ਖਾਲਸਾ ਪ੍ਰਗਟ ਹੋਇਆ ਏ। ਪ੍ਰਭ ਆਗਿਆ ਕਰ ਉਦਿਤ ਭਏ। ਮਹਾਰਾਜ ਕਲਗੀਧਰ ਜੀ ਕਹਿੰਦੇ ਕੋਈ ਇਹ ਨਾ ਕਵੇ ਇਹ ਗੋਬਿੰਦ ਸਿੰਘ ਨੇ ਪ੍ਰਗਟ ਕੀਤਾ ਏ। ਇਹ ਪ੍ਰਭੂ ਦੀ ਆਗਿਆ ਦੇ ਨਾਲ, ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦੀ ਫੌਜ ਹੀ ਦੁਨੀਆ ਦੇ ਉੱਪਰ ਉਦਿਤ ਮੈਨੇ ਪ੍ਰਗਟ ਭਏ ਮੈਨੇ ਹੋਈ ਹੈ। ਪ੍ਰਭੂ ਦੀ ਆਗਿਆ ਦੇ ਨਾਲ ਹੀ, ਪ੍ਰਭੂ ਦੀ ਆਗਿਆ ਕਰਕੇ ਹੀ ਇਹ ਗੁਰੂ ਕਾ ਪੰਥ ਖਾਲਸਾ ਪ੍ਰਗਟ ਹੋਇਆ ਏ। ਮਿਟਿਓ ਦੁਐਤ ਸੰਯੁਗਤ ਉਪਾਦਿਨ। ਹਾਂ, ਦੁਨੀਆ ਦੇ ਉੱਪਰ ਦੁਈ ਭਾਵ ਵਰਤਦਾ ਪਿਆ ਸੀ। ਕਹਿੰਦੇ ਅਸੀਂ ਹਿੰਦੂ ਕਹਿੰਦੇ ਅਸੀਂ ਸਾਡਾ ਰਾਜ ਹੋਵੇ, ਤੇ ਤੁਰਕ ਕਹਿੰਦੇ ਅਸੀਂ ਸਾਡਾ ਰਾਜ ਹੋਵੇ। ਜਦੋਂ ਇਹ ਗੁਰੂ ਕਾ ਖਾਲਸਾ ਪ੍ਰਗਟ ਹੋਇਆ ਏ, ਇਹ ਦੁਈ ਹੀ ਮਿਟ ਗਈ। ਉਪਾਦਨ ਝਗੜਿਆਂ ਦੇ ਸੰਯੁਗਤ ਸਮੇਤ ਇਹ ਦੁਈ ਭਾਵ ਖਤਮ ਹੋ ਗਿਆ। ਦੋਹਾਂ ਪੰਥ ਮੈਂ ਪੰਥ ਤੀਸਰ ਪ੍ਰਵੇਸ਼ਾ। ਦੋਨਾਂ ਪੰਥਾਂ ਵਿੱਚੋਂ ਤੀਜਾ ਪੰਥ ਪ੍ਰਗਟ ਹੋ ਗਿਆ। ਦੋਹਾਂ ਪੰਥ ਮੈਂ ਪੰਥ ਤੀਸਰ ਪ੍ਰਵੇਸ਼ਾ। ਜਗੈ ਸਿੰਘ ਜੋਧਾ ਧਰੇ ਨੀਲ ਭੇਸਾ। ਨੀਲ ਧਾਰੀ ਗੁਰੂ ਕਾ ਪੰਥ ਖਾਲਸਾ ਪ੍ਰਗਟ ਹੋ ਗਿਆ ਦੋਨਾਂ ਹੀ ਸਰੂਪਾਂ ਦੇ ਵਿੱਚ। ਅਸੁਰ ਮਲੇਸ਼ਨ ਮੂਲ ਗਏ। ਹਾਂ, ਜਿਹੜੇ ਦੰਤ ਬੁੱਧੀ ਵਾਲੇ ਮਲੇਸ਼ ਤੁਰਕ ਉਹ ਮੂਲੋਂ ਹੀ ਚਲੇ ਗਏ। ਗੁਰੂ ਕੇ ਪੰਥ ਖਾਲਸੇ ਦਾ ਰਾਜ ਪ੍ਰਗਟ ਹੋ ਗਿਆ। ਹਲੇਮੀ ਦਾ ਰਾਜ, ਧਰਮ ਦਾ ਰਾਜ ਪ੍ਰਗਟ ਹੋ ਗਿਆ ਜਦੋਂ ਇਹ ਗੁਰੂ ਕਾ ਪੰਥ ਖਾਲਸਾ ਪ੍ਰਗਟ ਹੋ ਗਿਆ। ਇਸੇ ਤਰ੍ਹਾਂ ਮਾਇਆ ਤੇ ਅਵਿਦਿਆ ਦੀਆਂ ਉਪਾਧੀਆਂ ਦੇ ਸਹਿਤ ਜਿਹੜਾ ਜੀਵ ਈਸ਼ ਦਾ ਦੁਈ ਭਾਵ ਸੀ ਉਹ ਮਿਟ ਗਿਆ। ਆਤਮ ਗਿਆਨ ਦਾ ਰਾਜ ਦੁਨੀਆ ਦੇ ਉੱਪਰ ਪ੍ਰਗਟ ਹੋ ਗਿਆ। ਅਤੇ ਇਸੇ ਤਰ੍ਹਾਂ ਜਿਹੜੇ ਮਲ ਦੀ ਇੱਛਾ ਰੱਖਣ ਵਾਲੇ ਦੁਰਬੁੱਧੀ ਵਾਲੇ ਸਨ ਉਹ ਮੂਲੋਂ ਹੀ ਰੱਦ ਹੋ ਗਏ, ਖਤਮ ਹੋ ਗਏ। ਐਸਾ ਗੁਰੂ ਕੇ ਪੰਥ ਖਾਲਸੇ ਦਾ ਰਾਜ ਦੁਨੀਆ ਦੇ ਉੱਪਰ ਪ੍ਰਗਟ ਹੋਇਆ। ਧਰਮ ਪੰਥ ਖਾਲਸ ਪਰਚੁਰ ਭਇਓ। ਪ੍ਰਚੁਰ ਮੈਨੇ ਪ੍ਰਚਾਰ ਹੋਇਆ। ਜੋ ਗੁਰੂ ਕਾ ਪੰਥ ਖਾਲਸਾ ਸੀ ਉਹਦੇ ਪ੍ਰਗਟ ਹੋਣ ਦੇ ਨਾਲ ਦੁਨੀਆ ਦੇ ਉੱਪਰ ਧਰਮ ਦਾ ਪ੍ਰਚਾਰ ਹੋਇਆ। ਧਰਮ ਦਾ ਡੰਕਾ ਵੱਜਾ, ਨਗਾਰਾ ਵੱਜਾ। ਧਰਮ ਦੀ ਗੁਰੂ ਖਾਲਸਾ ਜੀ ਗੱਲ ਸਾਰੇ ਪਾਸੇ ਚੱਲ ਪਈ। ਸਤ ਸਿਵੰ ਪੁੰਨ ਰੂਪ ਜਾਏ। ਹਾਂ, ਜਿਹੜਾ ਇਹ ਗੁਰੂ ਕਾ ਪੰਥ ਖਾਲਸਾ ਹੈ ਇਹ ਸਤ ਸਰੂਪ ਜੋ ਸਿਵੰ ਕਹੀਏ ਕਲਿਆਣ ਕਰਨ ਵਾਲਾ,
ਜੋ ਪੁੰਨਿਆ ਰੂਪ ਪਵਿੱਤਰ ਸਰੂਪ ਅਕਾਲ ਪੁਰਖ ਪਰਮੇਸ਼ਰ ਹੈ, ਉਸ ਤੋਂ ਜੈ ਮੈਨੇ ਪ੍ਰਗਟ ਹੋਇਆ ਹੈ। ਕਈਆਂ ਨੇ ਗੁਰੂ ਖਾਲਸਾ ਜੀ ਇਹ ਕਿਹਾ ਇਹ ਵੀ ਸ਼ਿਵੰਗ, ਇੱਥੇ ਸ਼ਿਵ ਦਾ ਅਰਥ ਹੈ, ਰੁਦਰ ਦਾ ਅਰਥ ਹੈ, ਖਾਲਸਾ ਰੁਦਰ ਤੋਂ ਪ੍ਰਗਟ ਹੋਇਆ ਹੈ। ਨਹੀਂ ਗੁਰੂ ਖਾਲਸਾ ਜੀ, ਰੁਦਰ ਤੇ ਖਾਲਸੇ ਦੇ ਅਧੀਨ ਹੈ। ਜਿਹੜੇ ਤਿੰਨੇ ਦੇਵਤੇ ਨੇ ਉਹ ਤੇ ਖਾਲਸੇ ਦੇ ਅਧੀਨ ਹੈ। ਖਾਲਸਾ ਤੇ ਅਕਾਲ ਪੁਰਖ ਪਰਮੇਸ਼ਰ ਦਾ ਪੁਜਾਰੀ ਤੇ ਅਕਾਲ ਪੁਰਖ ਪਰਮੇਸ਼ਰ ਦਾ ਪੁੱਤਰ ਹੈ। ਸ਼ਿਵੰਗ ਦਾ ਅਰਥ ਹੈ ਕਲਿਆਣ ਕਰਨ ਵਾਲਾ, ਜਿਹੜਾ ਕਲਿਆਣ ਕਰੇ ਉਹਨੂੰ ਸ਼ਿਵ ਕਹਿੰਦੇ ਨੇ। ਰੁਦਰ ਗੁਰੂ ਖਾਲਸਾ ਜੀ ਮਾਰਦਾ ਹੈ, ਮਾਰਨ ਸ਼ਕਤੀ ਹੋਣੇ ਕਰਕੇ ਉਹਨੂੰ ਵੀ ਸ਼ਿਵ ਕਹਿ ਦਿੰਦੇ ਨੇ, ਪਰ ਅਸਲੀ ਨਾਮ ਹੈ ਬ੍ਰਹਮਾ, ਵਿਸ਼ਨ ਤੇ ਰੁਦਰ। ਸ਼ਿਵ ਕਲਿਆਣਕਾਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ, ਅਤੇ ਜੋ ਸਤ ਸਰੂਪ ਹੈ ਅਤੇ ਪੁੰਨਿਆ ਰੂਪ ਹੈ, ਜੋ ਪਵਿੱਤਰ ਰੂਪ ਹੈ, ਉਸ ਅਕਾਲ ਪੁਰਖ ਪਰਮੇਸ਼ਰ ਤੋਂ ਇਹ ਗੁਰੂ ਕਾ ਪੰਥ ਖਾਲਸਾ ਪ੍ਰਗਟ ਹੋਇਆ ਹੈ। ਗੁਰੂ ਖਾਲਸਾ ਜੀ ਨਿਹੰਗ ਸਿੰਘ ਮੱਥੇ ਦੇ ਵਿੱਚ ਚੰਦ ਤੋੜਾ ਸਜਾਉਂਦੇ ਹਨ। ਉਹਦੇ ਵਿੱਚ 2 ਕਿਰਪਾਨਾਂ ਤੇ 1 ਖੰਡਾ ਹੈ। ਕਈ ਕਹਿ ਦਿੰਦੇ ਨੇ ਇਹ ਰੁਦਰ ਦੇ ਤਰਸੂਲ ਤੋਂ ਪ੍ਰਗਟ ਹੋਇਆ ਹੈ ਇਹ ਚਿੰਨ, ਤੇ ਖਾਲਸਾ ਮੱਥੇ ਤੇ ਟਿਕਾਉਂਦਾ ਹੈ, ਇਹ ਰੁਦਰ ਦਾ ਪੁਜਾਰੀ ਹੈ। ਨਹੀਂ ਗੁਰੂ ਖਾਲਸਾ ਜੀ, ਇਹ 2 ਕਿਰਪਾਨਾਂ, 1 ਮੀਰੀ ਤੇ ਪੀਰੀ, ਇਹ 6ਵੇਂ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਨੇ, ਤੇ ਖੰਡਾ ਕਲਗੀਧਰ ਪਾਤਸ਼ਾਹ ਦਾ ਦਿੱਤਾ ਹੋਇਆ ਹੈ। ਇਹ ਗੁਰੂ ਖਾਲਸਾ ਜੀ ਤਿੰਨਾਂ ਨੂੰ ਮਿਲਾ ਕਰਕੇ ਗੁਰੂ ਕੇ ਖਾਲਸੇ ਦਾ ਚਿੰਨ੍ਹ ਬਣਿਆ ਹੈ। ਖਾਲਸਾ ਮੀਰੀ ਤੇ ਪੀਰੀ ਦਾ ਧਾਰਨੀ ਹੈ, ਅਤੇ ਖੰਡਾ ਅਕਾਲ ਪੁਰਖ ਪਰਮੇਸ਼ਰ ਦਾ ਪੁਜਾਰੀ ਹੈ। ਇਹ ਗੁਰੂ ਖਾਲਸਾ ਜੀ ਖਾਲਸੇ ਦਾ ਲੋਗੋ, ਖਾਲਸੇ ਦਾ ਨਿਸ਼ਾਨ, ਇਸ ਗੱਲ ਦਾ ਪ੍ਰਤੀਕ ਹੈ। ਕਛ ਕੇਸ ਕਿਰਪਾਨਨ ਮੁਦ੍ਰਿਤ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਗੁਰੂ ਕਾ ਖਾਲਸਾ ਕਛ, ਕੇਸ, ਕਿਰਪਾਨ, ਕਛਹਿਰਾ ਤੇ ਕੰਘਾ, ਇਹਨਾਂ 5 ਕਕਾਰਾਂ ਕਰਕੇ ਮੁਦਰਤ ਮੈਨੇ ਸਜਿਆ ਹੋਇਆ ਹੈ। ਕਈ ਕਹਿ ਦਿੰਦੇ ਆ ਜੀ ਇੱਥੇ ਤਿੰਨਾਂ ਦਾ ਹੀ ਨਾਮ ਆਇਆ ਹੈ। ਇਹ ਗੁਰੂ ਖਾਲਸਾ ਜੀ ਕਵਿਤਾ ਹੈ। ਕਵਿਤਾ ਦੇ ਵਿੱਚ 1 ਪਦ ਵੀ ਆ ਗਿਆ, ਬਾਕੀ ਪਦ ਆਪੇ ਹੀ ਅੰਗੀਕਾਰ ਕਰ ਲਈਦੇ ਹਨ। ਤੇ ਕੇਸਾਂ ਦੇ ਨਾਲ ਗੁਰੂ ਖਾਲਸਾ ਜੀ ਕੰਘਾ ਜੁੜ ਜਾਂਦਾ ਹੈ, ਅਤੇ ਇਸੇ ਤਰ੍ਹਾਂ ਜਿਹੜਾ ਕਿਰਪਾਨ ਹੈ, ਕਿਰਪਾਨ ਦੇ ਨਾਲ ਕੜਾ ਜੁੜ ਜਾਂਦਾ ਹੈ, ਕਿਉਂਕਿ ਕਿਰਪਾਨ ਜਿਹੜੀ ਹੈ ਉਹ ਪ੍ਰਹਾਰ ਲਈ ਹੈ, ਤੇ ਕੜਾ ਜਿਹੜਾ ਹੈ ਇਹ ਢਾਲੇ ਦੀ ਨਿਆਈ ਵਾਰ ਰੋਕਣ ਲਈ ਹੈ। ਦੋਨਾਂ ਦਾ ਆਪਸ ਵਿੱਚ ਸੰਬੰਧ ਹੈ। ਕੇਸਾਂ ਨੂੰ ਵਾਹੁਣ ਵਾਸਤੇ ਗੁਰੂ ਖਾਲਸਾ ਜੀ ਨਾਲ ਕੰਘਾ ਹੈ, ਇਹਨਾਂ ਦੋਨਾਂ ਦਾ ਆਪਸ ਵਿੱਚ ਸੰਬੰਧ ਹੈ। ਤੋ ਕੇਸ ਤੇ ਕਿਰਪਾਨ ਦੇ ਅੰਤਰਗਤ ਕੰਘਾ ਤੇ ਕੜਾ ਜਾਣਨਾ, ਇਦਾਂ 5 ਕਕਾਰ ਸਮਝ ਲੈਣੇ। ਕੁਝ ਵਿਦਵਾਨਾਂ ਦਾ ਇਹ ਵੀ ਖਿਆਲ ਹੈ ਕੇਸ ਤੇ ਕਛਹਿਰਾ ਧੰਨ ਗੁਰੂ ਨਾਨਕ ਦੇਵ ਜੀ ਪਹਿਨਦੇ ਸਨ। ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਕਿਰਪਾਨ ਰੱਖਦੇ ਰਹੇ ਸਤਿਗੁਰੂ। ਤੇ 10ਵੇਂ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਕੜਾ ਤੇ ਕੰਘਾ ਦੇ ਕੇ 5 ਕਕਾਰ ਪੂਰੇ ਕਰ ਦਿੱਤੇ। ਤੋ ਵੱਡੇ ਸਤਿਗੁਰੂ ਜੀ ਜਿਹੜੇ ਕਕਾਰ ਰੱਖਦੇ ਰਹੇ, ਉਹਨਾਂ ਦਾ ਨਾਮ ਲੈ ਕੇ ਮਹਾਰਾਜ ਸਾਹਿਬ ਜੀ ਸੰਬੋਧਨ ਕਰਦੇ ਨੇ, ਜਿਹੜਾ ਇਹ ਖਾਲਸਾ ਹੈ ਇਹ ਕੱਛ, ਕੇਸ ਤੇ ਕਿਰਪਾਨ ਇਹਨਾਂ ਕਕਾਰਾਂ ਕਰਕੇ ਸਜਿਆ ਹੋਇਆ ਹੈ। ਪਰ ਗੁਰੂ ਖਾਲਸਾ ਜੀ ਕਿਰਪਾਨ ਦੇ ਅੰਤਰਗਤ ਕੜਾ ਤੇ ਕੇਸਾਂ ਦੇ ਅੰਤਰਗਤ ਕੰਘਾ ਸਮਝ ਕੇ ਇਦਾਂ 5 ਕਕਾਰਾਂ ਦਾ ਅਰਥ ਹੀ ਮੁੱਖ ਅਰਥ ਹੈ, ਇਹੀ ਸਮਝਣਾ ਹੈ। ਗੁਰ ਭਗਤਾ ਰਾਮਦਾਸ ਭਾਈ। ਹਾਂ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜਾ ਗੁਰੂ ਕਾ ਪੰਥ ਖਾਲਸਾ ਹੈ, ਇਹ ਗੁਰੂ ਰਾਮਦਾਸ ਸਾਹਿਬ ਦਾ ਭਗਤ ਹੋਇਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰ ਰਾਮਦਾਸ ਭਗਤਾ। ਬਾਬਾ ਦੀਪ ਸਿੰਘ ਸਾਹਿਬ ਜੀ, ਉਹਨਾਂ ਨੇ ਸੀਸ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਲਈ ਦਿੱਤਾ। ਗੁਰੂ ਖਾਲਸਾ ਜੀ ਇਹ ਮਹਾਰਾਜ ਕਲਗੀਧਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਗੁਰੂ ਰਾਮਦਾਸ ਸਾਹਿਬ ਦੇ ਭਗਤ ਇਹ ਹੋਏ ਨੇ, ਅੱਗੇ ਹੋਣਗੇ, ਤੁਹਾਨੂੰ ਕਰਕੇ ਕਾਰਨਾਮੇ ਦਿਖਾਉਣਗੇ। ਭਾਈ ਮਣੀ ਸਿੰਘ ਸਾਹਿਬ ਜੀ, ਉਹਨਾਂ ਦੀ ਸ਼ਹਾਦਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦੇ ਦਿਲ ਦੀ ਧੜਕਣ ਹੋਇਆ ਹੈ, ਕੇਂਦਰੀ ਅਸਥਾਨ ਹੈ। ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਨੇ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਹੋਈਆਂ ਨੇ। ਮਹਾਰਾਜ ਕਲਗੀਧਰ ਨੇ ਤੇ ਪਹਿਲਾਂ ਹੀ ਲਿਖ ਦਿੱਤਾ ਹੈ, ਗੁਰੂ ਰਾਮਦਾਸ ਭਗਤਾ ਪਏ। ਗੁਰੂ ਰਾਮਦਾਸ ਸਾਹਿਬ ਜੀ ਦੇ ਇਹ ਭਗਤ ਹੋਏ ਨੇ, ਐਸਾ ਇਹ ਗੁਰੂ ਕਾ ਪੰਥ ਖਾਲਸਾ ਹੈ। ਗੁਰੂ ਖਾਲਸਾ ਜੀ ਮਹਾਨ ਕੋਸ਼ ਵਿੱਚ ਲਿਖਿਆ ਹੈ, ਗੁਰੂ ਰਾਮਦਾਸ ਸਾਹਿਬ ਜੀ ਤੋਂ ਲੈ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਜਿਹੜੇ ਮੁਗਲ ਸਨ ਉਹ ਸਤਿਗੁਰਾਂ ਲਈ ਰਾਮਦਾਸ ਸ਼ਬਦ ਹੀ ਵਰਤਦੇ ਸਨ। ਰਾਮਦਾਸ ਦਿੱਲੀ ਮੈਂ ਆਏ, ਇਹ ਇਤਿਹਾਸਕ ਗ੍ਰੰਥਾਂ ਵਿੱਚ ਲਿਖਿਆ ਹੁੰਦਾ ਹੈ। ਸੋ ਰਾਮਦਾਸ ਦਾ ਅਰਥ ਹੈ ਸਤਿਗੁਰਾਂ ਦੀ ਜੋ ਗੁਰਤਾ ਗੱਦੀ ਹੈ ਉਸ ਦੇ ਭਗਤ ਹੋਏ ਨੇ। ਇੱਕ ਅਰਥ ਗੁਰੂ ਖਾਲਸਾ ਜੀ ਸਵਾਮੀ ਹਰਨਾਮਦਾਸ ਨੇ ਇਹ ਵੀ ਕੀਤਾ ਹੈ ਰਾਮਦਾਸ ਦਾ, ਘੁੰਗਰ ਬਾਂਧ ਭਏ ਰਾਮਦਾਸਾ, ਜਿਹੜੇ ਪੈਰਾਂ ਵਿੱਚ ਘੁੰਗਰੂ ਬੰਨ ਕੇ ਗੁਰੂ ਦੀ ਕੀਰਤੀ ਕਰਦੇ। ਭਾਵ ਕੀਰਤਨੀਆਂ ਦਾ ਅਰਥ ਹੈ ਜਿਹੜੇ ਕੀਰਤਨ ਕਰਨ ਵਾਲੇ ਹੋਣ ਉਹਨਾਂ ਨੂੰ ਵੀ ਰਾਮਦਾਸ ਕਹਿ ਦਿੰਦੇ ਨੇ। ਤੋ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਇਹ ਗੁਰੂ ਦੀ ਭਗਤੀ ਕੀਰਤਨ ਦੁਆਰਾ ਕਰਦੇ ਨੇ। ਇਹ ਗੁਰੂ ਦੇ ਭਗਤ ਹੋਏ ਨੇ ਤੇ ਕੀਰਤਨ ਕਰਨ ਵਾਲੇ ਹੋਏ ਨੇ ਤੇ ਪੰਜਾਂ ਕਕਾਰਾਂ ਦੇ ਧਾਰਨੀ ਹੋਏ ਨੇ। ਅਕਾਲ ਪੁਰਖ ਪਰਮੇਸ਼ਰ ਦੀ ਆਗਿਆ ਨਾਲ ਪ੍ਰਗਟ ਹੋਇਆ ਐਸਾ ਗੁਰੂ ਕਾ ਪੰਥ ਖਾਲਸਾ ਹੈ। ਕਾਲ ਉਪਾਸਕ ਛਤਰੀ ਧਰਮਾ। ਹਾਂ, ਇਹਨਾਂ ਦਾ ਧਰਮ ਕਿਹੜਾ? ਇਹ ਛਤਰੀय ਧਰਮ, ਇਹ ਛਤਰੀय ਧਰਮ ਦਾ ਧਾਰਨੀ। ਮਹਾਰਾਜ ਕਲਗੀਧਰ ਦੇ ਬੋਲ ਨੇ, ਛਤਰੀ ਕੋ ਪੂਤ ਹਾਂ ਬਾਹਮਣ ਕੋ ਨੈ। ਇਹ ਮੈਂ ਬਾਹਮਣਾਂ ਦਾ ਪੁੱਤ ਨਹੀਂ, ਮੈਂ ਛਤਰੀਆਂ ਦਾ ਪੁੱਤ ਹਾਂ। ਤੋ ਛਤਰੀ ਦਾ ਅਰਥ ਹੈ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਗੁਰੂ ਖਾਲਸਾ ਜੀ ਸ਼ਸਤਰਾਂ ਦੇ ਨਾਲ ਜੂਝੇ, ਆਪ ਸ਼ਹੀਦ ਹੋਵੇ ਤੇ ਵੈਰੀਆਂ ਨੂੰ ਮਾਰੇ, ਜੰਗ ਕਰਨ ਦਾ ਧਰਮ ਰੱਖੇ, ਉਹਨੂੰ ਛਤਰੀ ਕਹਿੰਦੇ। ਤੋ ਗੁਰੂ ਕੇ ਖਾਲਸੇ ਦਾ ਧਰਮ ਕਿਹੜਾ ਹੈ? ਛਤਰੀ ਧਰਮ ਹੈ। ਤੇ ਗੁਰੂ ਕਾ ਪੰਥ ਖਾਲਸਾ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਉਪਾਸ਼ਕ ਹੈ। ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾ ਗੁਰੂ ਕਾ ਪੰਥ ਖਾਲਸਾ ਹੋਰ ਕਿਸੇ ਦੀ ਉਪਾਸ਼ਨਾ ਹੀ ਨਹੀਂ ਕਰਦਾ। ਮਹਾਰਾਜ ਕਲਗੀਧਰ ਦੇ ਬੋਲ ਨੇ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਜਦੋਂ ਦੇ ਤੁਹਾਡੇ ਚਰਨ ਪਕੜੇ ਨੇ ਹੋਰ ਨੂੰ ਮੰਨਣਾ ਕੀ, ਮੈਂ ਆਪਣੀ ਨਿਗਾਹ ਦੇ ਹੇਠਾਂ ਵੀ ਨਹੀਂ ਲਿਆਂਦਾ, ਭਾਵ ਧਿਆਨ ਵੀ ਨਹੀਂ ਕੀਤਾ। ਦੁਨੀਆ ਦੇ ਉੱਪਰ ਕੋਈ ਰਾਮ ਨੂੰ ਮੰਨਦਾ ਏ, ਕੋਈ ਰਹੀਮ ਨੂੰ ਮੰਨਦਾ ਏ, ਪਰ ਅਕਾਲ ਪੁਰਖ ਪਰਮੇਸ਼ਰ ਮੈਂ ਤੇਰਾ ਹੀ ਅਨੰਨ ਸੇਵਕ ਹਾਂ। ਤੋ ਮਹਾਰਾਜ ਕਲਗੀਧਰ ਜੀ ਕਹਿੰਦੇ ਇਹ ਗੁਰੂ ਕਾ ਪੰਥ ਖਾਲਸਾ ਅਕਾਲ ਪੁਰਖ ਦਾ ਉਪਾਸ਼ਕ ਹੈ, ਉਪਾਸ਼ਨਾ ਕਰਨ ਵਾਲਾ ਇਹ ਅਕਾਲ ਪੁਰਖ ਦੀ। ਇਹ ਛਤਰੀ ਧਰਮ ਗੁਰੂ ਕਾ ਪੰਥ ਖਾਲਸਾ ਧਾਰ ਕੇ ਰੱਖਦਾ ਏ। ਰਣ ਕਟ ਕਸ ਪ੍ਰਧਾਨ ਆਏ। ਹਾਂ, ਗੁਰੂ ਕਾ ਪੰਥ ਖਾਲਸਾ ਕਮਰ ਕੱਸਾ ਕਰਕੇ ਰੱਖਦਾ ਹੈ। ਕਟ ਕਸ ਰਣ ਪ੍ਰਧਾਨ ਆਏ, ਜੰਗ ਦੇ ਮੈਦਾਨ ਦੇ ਵਿੱਚ ਪ੍ਰਧਾਨ ਹੋ ਕੇ ਆਉਂਦਾ ਹੈ, ਜਾਂ ਜੰਗ ਦੇ ਮੈਦਾਨ ਵਿੱਚ ਉਹੀ ਪ੍ਰਧਾਨ ਹੈ ਜਿਹੜਾ ਗੁਰੂ ਖਾਲਸਾ ਜੀ ਕਮਰ ਕੱਸਾ ਕਰਕੇ ਰੱਖਦਾ ਹੈ। ਤਾਂ ਹੀ ਮਹਾਰਾਜ ਕਲਗੀਧਰ ਨੇ ਕਿਹਾ ਹੈ, ਰਣ ਕਟ ਕਸ ਪ੍ਰਧਾਨ ਆਏ, ਲੱਕ ਨੂੰ ਕਸ ਕਰਕੇ ਭਾਵ ਕਮਰ ਕੱਸਾ ਲਗਾ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਪ੍ਰਧਾਨ ਹੋ ਕੇ ਆਉਂਦਾ ਹੈ। ਪ੍ਰਧਾਨਤਾ ਪ੍ਰਾਪਤ ਕਰਦਾ ਹੈ ਜੰਗ ਦੇ ਮੈਦਾਨ ਦੀ, ਜੰਗ ਨੂੰ ਜਿੱਤ ਕਰਕੇ। ਮਹਾਰਾਜ ਕਲਗੀਧਰ ਦੇ ਬੋਲ ਨੇ ਰਹਿਤਨਾਮਿਆਂ ਦੇ, ਜਬ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤਰ ਸਜਾਵੋ। ਕਮਰ ਕੱਸਾ ਕਰ ਦੇਹੋ ਦਿਖਾਈ ਹਮਰੀ ਖੁਸ਼ੀ ਹੋਏ ਅਧਿਕਾਈ। ਮਹਾਰਾਜ ਕਹਿੰਦੇ ਜਦੋਂ ਮੇਰੇ ਦਰਸ਼ਨਾਂ ਨੂੰ ਆਉਣਾ ਹੋਵੇ ਤੇ ਕਮਰ ਕੱਸਾ ਲਾ ਕੇ ਆਇਓ, ਸਾਡੀ ਜ਼ਿਆਦਾ ਖੁਸ਼ੀ ਹੋਵੇਗੀ। ਸ਼ਸਤਰ ਸਜਾ ਕੇ ਆਇਓ, ਸਾਡੀ ਹੋਰ ਖੁਸ਼ੀ ਹੋਵੇਗੀ ਤੁਹਾਡੇ ਉੱਪਰ। ਸੋ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਕਾ ਖਾਲਸਾ ਹੈ ਨਾ, ਇਹ ਅਕਾਲ ਪੁਰਖ ਦਾ ਪੁਜਾਰੀ ਹੈ, ਕਿ ਛਤਰੀ ਧਰਮ ਨੂੰ ਧਾਰਦਾ ਹੈ। ਜੰਗ ਦੇ ਮੈਦਾਨ ਵਿੱਚ ਕਮਰ ਕੱਸਾ ਸਜਾ ਕੇ ਸ਼ਸਤਰਾਂ ਦੇ ਸਹਿਤ ਸਨੱਧਬੱਧ ਹੋ ਕੇ ਜਾਂਦਾ ਹੈ ਤੇ ਜੰਗ ਦੇ ਮੈਦਾਨ ਵਿੱਚੋਂ ਪਿਛਾਂ ਨੂੰ ਪ੍ਰਧਾਨ ਬਣ ਕੇ ਆਉਂਦਾ ਹੈ।
ਭਾਵ ਜੰਗ ਦੇ ਮੈਦਾਨ ਨੂੰ ਜਿੱਤ ਕੇ ਆਉਂਦਾ ਹੈ। ਤਾ ਮਹਿ ਪੰਚ 40 ਪਰਵਾਨਾ। ਮਹਾਰਾਜ ਕਲਗੀਧਰ ਜੀ ਕਹਿੰਦੇ ਐਸਾ ਜੋ ਗੁਰੂ ਕਾ ਪੰਥ ਖਾਲਸਾ ਹੈ, ਤਿਸ ਗੁਰੂ ਕੇ ਪੰਥ ਖਾਲਸੇ ਦੇ ਵਿੱਚੋਂ 5 ਤੇ 40 ਪ੍ਰਵਾਨ ਨਹੀਂ ਹੋਏ ਨੇ। ਗੁਰੂ ਖਾਲਸਾ ਜੀ ਖਾਲਸੇ ਦੇ ਵਿੱਚੋਂ 5 ਨੂੰ ਤੇ 40 ਨੂੰ ਗੁਰੂ ਖਾਲਸਾ ਜੀ ਕਲਗੀਧਰ ਨੇ ਆਪਣੀਆਂ ਨਜ਼ਰਾਂ ਵਿੱਚ ਪ੍ਰਵਾਨ ਕੀਤਾ ਏ। ਪੰਚ ਪ੍ਰਧਾਨ ਖਾਲਸ ਹੈ ਠਈ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹੜੇ 5 ਨੇ ਉਹ ਤੇ ਪ੍ਰਧਾਨ ਨੇ, ਉਹਨਾਂ ਨੂੰ ਤੇ ਪ੍ਰਧਾਨਤਾ ਦਿੱਤੀ ਹੈ, ਉਹਨਾਂ ਨੂੰ ਤੇ ਗੁਰਤਾ ਦਿੱਤੀ ਹੈ। ਜਿਹੜੇ 5 ਖਾਲਸੇ ਹਨ, 5 ਪਿਆਰੇ ਇਕੱਠੇ ਹੁੰਦੇ ਨੇ, ਉਹ ਪ੍ਰਧਾਨ ਨੇ, ਉਹਨਾਂ ਨੂੰ ਅਸੀਂ ਮੁਖੀ ਬਣਾਇਆ ਹੈ ਇਹ ਪੰਥ ਦਾ, ਉਹਨਾਂ ਨੂੰ ਗੁਰਤਾ ਗੱਦੀ ਦੇਣਾ ਕੀਤੀ ਹੈ। ਸ੍ਰੀ ਅਜੀਤ ਸਿੰਘ ਜੁਝਾਰ ਸਿੰਘ। ਮਹਾਰਾਜ ਕਲਗੀਧਰ ਜੀ ਹੁਣ 5 ਦੀ ਗੱਲ ਕਰਦੇ ਨੇ ਕਿ 5 ਪ੍ਰਧਾਨ ਕਿਵੇਂ ਨੇ। ਕਹਿੰਦੇ ਨੇ ਇੱਕ ਪਿਓ ਦੇ ਪੁੱਤ ਜਿਹੜੇ ਨੇ ਉਹ ਪਿਆਰੇ ਹੁੰਦੇ ਨੇ, ਪਿਓ ਨੂੰ ਪੁੱਤਾਂ ਤੋਂ ਵੱਧ ਕੁਝ ਨਹੀਂ ਪਿਆਰਾ ਹੁੰਦਾ। ਗੁਰੂ ਖਾਲਸਾ ਜੀ ਪੁੱਤ ਭਾਵੇਂ ਕਪੋਤੇ ਹੋ ਜਾਣ, ਮਾਪੇ ਜਿਹੜੇ ਉਹ ਕਮਾਪੇ ਨਹੀਂ ਹੁੰਦੇ, ਉਹ ਆਪਣੇ ਪੁੱਤਰਾਂ ਨੂੰ ਸਭ ਕੁਝ ਬਖਸ਼ ਦਿੰਦੇ ਨੇ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਸ੍ਰੀ ਅਜੀਤ ਸਿੰਘ ਜੁਝਾਰ ਸਿੰਘ ਫਤਿਹ ਸਿੰਘ ਜੋਰਾਵਰ ਸਿੰਘ ਪ੍ਰੇ, ਭਾਵੇਂ ਮੇਰੇ ਪਿਆਰੇ ਸਨ ਅਜੀਤ ਸਿੰਘ ਜੁਝਾਰ ਸਿੰਘ ਫਤਿਹ ਸਿੰਘ ਜੋਰਾਵਰ ਸਿੰਘ, ਇਹ ਮੇਰੇ ਕਪੁੱਤਰ ਨਹੀਂ ਸੁਪੁੱਤਰ ਸਨ। ਧਰਮ ਦੇ ਅਰਥ ਇਹਨਾਂ ਨੇ ਵੀ ਬਲਿਦਾਨ ਦਿੱਤਾ ਹੈ। ਇਹਨਾਂ ਨੇ ਵੀ ਆਪਣੇ ਦਾਦੇ ਦੀ ਚਿੱਟੀ ਚਾਦਰ ਨੂੰ ਦਾਗ ਨਹੀਂ ਲੱਗਣ ਦਿੱਤਾ। ਇਹਨਾਂ ਨੇ ਛੋਟੀਆਂ ਉਮਰਾਂ ਵਿੱਚ ਵੀ ਭਾਵੇਂ ਹਾਰ ਨਹੀਂ ਮੰਗੀ, ਤੇ ਮੈਨੂੰ ਇਹ ਪਿਆਰੇ ਸਨ। ਇਹਨਾਂ ਤੋਂ ਵੱਧ ਹੋਰ ਪਿਆਰਾ ਕੌਣ ਹੋਣਾ ਹੈ, ਜਿਨ੍ਹਾਂ ਨੇ ਛੋਟੀ ਛੋਟੀ ਆਜੂ ਵਿੱਚ ਵੀ ਮੁਗਲਾਂ ਦੀ ਈਨ ਨਹੀਂ ਮੰਨੀ, ਹਾਰ ਨਹੀਂ ਮੰਨੀ। ਇਹ ਮੈਨੂੰ ਭਾਵੇਂ ਪਿਆਰੇ ਨੇ। ਪੰਚਮ ਖਾਲਸ ਹੈ ਸਤਿਗੁਰ ਪੂਰਾ। ਹਾਂ, ਪਰ ਜਿਹੜਾ ਪੂਰਾ ਸਤਿਗੁਰੂ ਬਣਾਇਆ ਹੈ ਨਾ, ਉਹ ਮੈਂ 5 ਪ੍ਰਧਾਨ ਖਾਲਸੇ ਨੂੰ ਹੀ ਬਣਾਇਆ ਹੈ। ਜਿਹੜਾ ਸਤਿਗੁਰੂ ਪਦਵੀ ਦਿੱਤੀ ਹੈ ਉਹ ਪੰਚਮ ਖਾਲਸਾ, 5 ਖਾਲਸਿਆਂ ਨੂੰ ਹੀ ਦਿੱਤੀ ਹੈ। 5 ਸਿੰਘ ਜਿੱਥੇ ਇਕੱਠੇ ਹੁੰਦੇ ਨੇ ਉਹ ਗੁਰੂ ਸਮਾਨ ਨੇ, ਉਹਨਾਂ ਨੂੰ ਗੁਰਤਾ ਗੱਦੀ ਦੇ ਤਖਤ ਦੇ ਉੱਪਰ ਬਿਠਾਉਣਾ ਕੀਤਾ ਏ। ਜਿਨ ਇਹ ਪੰਥ ਸੁਪੰਥ ਪ੍ਰਗਟਾਏ। ਹਾਂ, ਜਿਨ੍ਹਾਂ ਨੇ ਦੁਨੀਆ ਦੇ ਵਿੱਚ ਜਿਹੜੇ ਪੰਥ ਚੱਲਦੇ ਸਨ, ਛੋਟੇ ਛੋਟੇ ਪੰਥ, ਇਹਨਾਂ ਪੰਥਾਂ ਵਿੱਚੋਂ ਉੱਤਮ ਪੰਥ ਪ੍ਰਗਟ ਕਰਨਾ ਕੀਤਾ ਹੈ। ਮਹਾਰਾਜ ਕਲਗੀਧਰ ਜੀ ਇਸ਼ਾਰਾ ਕਰਦੇ ਪਏ ਨੇ। ਜਦੋਂ ਮਹਾਰਾਜ ਨੇ ਅੰਮ੍ਰਿਤ ਛਕਾਇਆ, ਪਹਿਲਾਂ 5 ਸਿੰਘਾਂ ਦੇ ਸੀਸ ਲਏ, ਉਹਨਾਂ ਨੂੰ ਮਹਾਰਾਜ ਨੇ 5 ਗੁਰਬਾਣੀਆਂ ਦਾ ਅੰਮ੍ਰਿਤ ਛਕਾ ਕੇ ਜੀਵਨ ਮੁਕਤ ਬਣਾਇਆ, ਤੇ ਫਿਰ ਕਿਹਾ ਕਿ ਮੈਨੂੰ ਵੀ ਹੁਣ ਅੰਮ੍ਰਿਤ ਛਕਾਓ। 5 ਦੇ ਕੋਲੋਂ ਅੰਮ੍ਰਿਤ ਛਕ ਕੇ 5 ਨੂੰ ਆਪਣਾ ਗੁਰੂ ਬਣਾਇਆ। ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਆਪੇ ਗੁਰੇ ਆਪੇ ਚੇਲਾ, ਆਪ ਹੀ ਗੁਰਦੇਵ ਬਣੇ ਤੇ ਆਪ ਹੀ ਚੇਲੇ ਬਣੇ। ਤੋ ਮਹਾਰਾਜ ਕਲਗੀਧਰ ਜੀ ਕਹਿੰਦੇ ਪੰਚਮ ਖਾਲਸਾ, ਜਿਨ੍ਹਾਂ ਵਿੱਚ 5 ਜਾਣੇ ਹੁੰਦੇ ਨੇ, ਐਸਾ ਜੋ ਖਾਲਸਾ ਹੈ ਉਹ ਪ੍ਰਧਾਨ ਹੈ, ਤੇ ਉਹੀ ਪੂਰਾ ਸਤਿਗੁਰੂ ਹੈ। ਜਿਨ੍ਹਾਂ 5 ਪਿਆਰਿਆਂ ਨੇ ਦੁਨੀਆ ਦੇ ਪੰਥਾਂ ਵਿੱਚੋਂ ਉੱਤਮ ਪੰਥ ਪ੍ਰਗਟ ਕੀਤਾ ਹੈ। ਭਾਵ 5 ਪਿਆਰੇ, ਉਹਨਾਂ ਨੂੰ ਹੀ ਪੂਰਨ ਸਤਿਗੁਰੂ ਮੈਂ ਬਣਾਇਆ ਹੈ। ਰਤਨ ਸਿੰਘ ਜੀ ਭੰਗੂ ਨੇ ਲਿਖਿਆ ਹੈ, ਪੰਚ ਭੁਜੰਗੀ ਤੇ ਅਰਦਾਸ ਕਰਾਵੋ, ਜੋ ਬਰ ਚਾਹੋ ਸੋਈ ਬਰ ਪਾਵੋ। 5 ਤੋਂ ਅਰਦਾਸ ਕਰਾਓ, ਜੋ ਚਾਹੋਗੇ ਉਹੀ ਮਿਲੇਗਾ। 5 ਨੂੰ ਮਹਾਰਾਜ ਸਾਹਿਬ ਜੀ ਨੇ ਆਪਣਾ ਰੂਪ ਕਿਹਾ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧਾ ਨੇ ਪੁੱਛਿਆ ਸੀ, ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਦੱਸੋ ਕਿ ਕਿੰਨੇ ਜਾਮੇ ਧਾਰੋਗੇ। ਮਹਾਰਾਜ ਸਾਹਿਬ ਜੀ ਕਹਿਣ ਲੱਗੇ 10 ਜਾਮੇ ਧਾਰਾਂਗੇ। ਪਾਤਸ਼ਾਹ ਪਿੱਛੋਂ ਕੀ ਕਹੋਗੇ ਕਰੋਗੇ? ਤੇ ਮਹਾਰਾਜ ਸਾਹਿਬ ਜੀ ਨੇ ਕਿਹਾ ਸੀ 5 ਪ੍ਰਵਾਨ 5 ਪ੍ਰਧਾਨ 5 ਪਾਵੇ ਦਰਗਹਿ ਮਾਨ। ਜਿਹੜੇ 5 ਬਾਣੀਆਂ ਪੜ੍ਹਨੇ ਕਰਕੇ ਪ੍ਰਵਾਨਿਕ ਹੋਣਗੇ, 5 ਰਹਿਤਾਂ ਦੇ ਧਾਰਨੀ ਹੋਣ ਕਰਕੇ ਪ੍ਰਧਾਨ ਹੋਣਗੇ, ਤੇ ਉਹੀ ਦਰਗਾਹ ਵਿੱਚ ਮਾਨ ਪ੍ਰਾਪਤ ਕਰਨਗੇ। ਸੋਭਣਗੇ, ਉਹਨਾਂ ਨੂੰ ਗੁਰਤਾ ਦੇਵਾਂਗੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਵਾਂਗੇ।
ਇਹ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾਂ ਹੀ ਸਿੱਧਾਂ ਦੇ ਤਾਈਂ ਦੱਸ ਦੇਣਾ ਕੀਤਾ ਸੀ। ਸੋ ਮਹਾਰਾਜ ਕਲਗੀਧਰ ਜੀ ਵੀ ਇਸ਼ਾਰਾ ਕਰਦੇ ਨੇ, ਜਿਹੜੇ ਪੰਜ ਪ੍ਰਧਾਨ ਖਾਲਸੇ ਨੇ, ਜਿਹੜੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨੇ ਕਰਕੇ, ਪੰਜਾਂ ਰਹਿਤਾਂ ਨੂੰ ਰੱਖਣੇ ਕਰਕੇ, ਪੰਜਾਂ ਕਰਹਿਤਾਂ ਦਾ ਤਿਆਗ ਕਰਨੇ ਕਰਕੇ ਜਿਹੜੇ ਪ੍ਰਧਾਨ ਹੋਏ ਨੇ, ਉਹੀ ਪੂਰੇ ਸਤਿਗੁਰੂ ਮੈਂ ਬਣਾਏ ਨੇ। ਭਾਵੇਂ ਸਾਹਿਬਜ਼ਾਦੇ ਮੈਨੂੰ ਪਿਆਰੇ ਸਨ, ਜਿਨ੍ਹਾਂ ਨੇ ਦੁਨੀਆ ਦੇ ਵਿੱਚ ਇਹ ਪੰਥ ਪ੍ਰਗਟ ਕੀਤਾ ਹੈ। ਦੁਨੀਆ ਦੇ ਪੰਥਾਂ ਵਿੱਚੋਂ ਉੱਤਮ ਪੰਥ ਪ੍ਰਗਟ ਕਰਨਾ ਕੀਤਾ ਹੈ। ਉਹ ਜਿਹੜੇ ਪੰਜ ਪਿਆਰੇ ਨੇ, ਇਹ ਸਾਰੇ ਗੁਰੂ ਕੇ ਖਾਲਸੇ ਦੇ ਵਿੱਚੋਂ ਪ੍ਰਧਾਨ ਹੋਏ ਹਨ। 40 ਨਰ ਏ ਬੀਜ ਖਾਲਸ ਹੈ। ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ 40 ਕਿਹੜੇ ਪ੍ਰਧਾਨ ਹੋਏ ਨੇ? 40 ਗੁਰੂ ਖਾਲਸਾ ਜੀ ਮੁਕਤਸਰ ਸਾਹਿਬ ਵਾਲੇ, ਜਿਹੜੇ 40 ਨਰ, 40 ਮਰਦ, ਜਵਾਨ ਮਰਦ ਜੰਗ ਦੇ ਮੈਦਾਨ ਵਿੱਚ ਲੜਨ ਵਾਲੇ, ਇਹ ਬੀਜ ਖਾਲਸਾ, ਇਹ ਜਿਹੜੇ ਨੇ ਗੁਰੂ ਕੇ ਪੰਥ ਖਾਲਸੇ ਦਾ ਬੀਜ ਹਨ। ਗੁਰੂ ਖਾਲਸਾ ਜੀ ਜਿਵੇਂ ਆਮ ਕਿਸਾਨ ਘਰਾਂ ਵਿੱਚ ਅਨਾਜ ਸਾਂਭਦੇ ਨੇ ਕਣਕ ਆਦਿਕ ਦਾ, ਤੇ 2 ਭੜੋਲੇ ਲਾਉਂਦੇ ਨੇ, 2 ਗੋਦਾਮ ਬਣਾਉਂਦੇ ਨੇ। ਇੱਕ ਵਿੱਚ ਗੁਰੂ ਖਾਲਸਾ ਜੀ ਕਣਕ ਪਾਉਂਦੇ ਨੇ ਜਿਹੜੀ ਸਾਰਾ ਸਾਲ ਖਾਣੀ ਹੈ। ਇੱਕ ਭੜੋਲੇ ਮਟਕੀ ਗੋਦਾਮ ਵਿੱਚ, ਭੰਡਾਰੇ ਵਿੱਚ ਕਣਕ ਪਾਉਂਦੇ ਨੇ ਜਿਹੜੀ ਅਗਲੇ ਸਾਲ ਖੇਤ ਵਿੱਚ ਬੀਜਣੀ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਪਹਿਲੀ ਗੱਲ ਤੇ ਖਾਲਸੇ ਨੇ ਖਤਮ ਹੀ ਨਹੀਂ ਹੋਣਾ। ਜੇ ਪਰਲੋ ਕਾਲ ਤੇ ਕਿਤੇ ਖਾਲਸਾ ਖਤਮ ਹੋ ਜਵੇ ਜਾਂ ਖਾਲਸੇ ਦੀ ਜੋਤ ਕਿਤੇ ਮੱਧਮ ਪੈ ਜਵੇ, ਇਹ 40 ਮੁਕਤੇ ਦਰਗਾਹ ਵਿੱਚ ਖਾਲਸੇ ਦਾ ਬੀਜ ਰੱਖਿਆ ਹੈ। ਇੱਕ ਅੱਧਾ ਭੇਜ ਕਰਕੇ ਤੇ ਫਿਰ ਅਸੀਂ ਆਪਣੇ ਗੁਰੂ ਕੇ ਪੰਥ ਖਾਲਸੇ ਦੀ ਮੱਧਮ ਪਈ ਜੋਤ ਨੂੰ ਸੁਰਜੀਤ ਕਰ ਲਿਆ ਕਰਾਂਗੇ। ਇਹ ਮਹਾਰਾਜ ਸਾਹਿਬ ਜੀ ਨੇ ਵਰਦਾਨ ਦਿੱਤਾ ਹੈ 40 ਮੁਕਤਿਆਂ ਦੇ ਤਾਈਂ। ਮੁਕਤੇ ਪਾਵਨ ਸਿੰਘ ਬਲੀ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਇਹ 40 ਮੁਕਤੇ ਜਿਹੜੇ ਨੇ ਪਾਵਨ ਪਵਿੱਤਰ ਨੇ, ਤੇ ਇਹ ਬਲੀ ਸਿੰਘ ਹੋਏ ਨੇ। ਇਹਨਾਂ ਨੇ ਹਾਰ ਨਹੀਂ ਮੰਨੀ, ਰਣ ਤੱਤੇ ਵਿੱਚ ਭਾਰੀ ਯੁੱਧ ਮਚਾਇਆ ਹੈ। ਇਸ ਤਰੀਕੇ ਦੇ ਨਾਲ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਜਿਹੜਾ ਕਾਲ ਉਪਾਸਕ ਛਤਰੀ ਧਰਮਾ ਰਨ ਕੱਟ ਕਸ ਪ੍ਰਧਾਨ ਆਏ, ਕੱਛ ਕੇਸ ਕਿਰਪਾਨ ਮੁਦਰਤ ਗੁਰ ਭਗਤਾ ਰਾਮਦਾਸ ਭਏ। ਐਸਾ ਜੋ ਗੁਰੂ का पंथ खालसा है, ਤੇ ਇਸ ਪੰਥ ਖਾਲਸੇ ਵਿੱਚੋਂ 5 ਤੇ 40 ਪ੍ਰਮਾਣਿਕ ਨੇ ਮੇਰੀਆਂ ਨਜ਼ਰਾਂ ਨੇ, ਅਤੇ 40 ਦੇ ਵਿੱਚੋਂ ਜਿਹੜੇ 5 ਨੇ ਉਹ ਪ੍ਰਧਾਨ ਠਏ ਮੈਨੇ ਹੋਏ ਨੇ। ਉਹ ਪ੍ਰਧਾਨ ਕਿਹੜੇ ਹੋਏ ਨੇ? ਤੋ ਮਹਾਰਾਜ ਕਲਗੀਧਰ ਜੀ ਕਹਿੰਦੇ ਭਾਵੇਂ ਅਜੀਤ ਸਿੰਘ, ਜੁਝਾਰ ਸਿੰਘ, ਫਤਿਹ ਸਿੰਘ, ਜੋਰਾਵਰ ਸਿੰਘ, ਇਹ ਲਾਲ ਮੈਨੂੰ ਪਿਆਰੇ ਨੇ, ਪਰ ਇਹਨਾਂ ਦੇ ਨਾਲੋਂ ਮੈਨੂੰ ਗੁਰੂ का पंथ ਖਾਲਸਾ ਜ਼ਿਆਦਾ ਪਿਆਰਾ ਹੈ। ਗੁਰੂ ਕੇ ਪੰਥ ਖਾਲਸੇ ਨੂੰ ਮੈਂ ਸਤਿਗੁਰੂ ਦੀ ਪਦਵੀ ਦਿੱਤੀ ਹੈ। ਕਿਹੜੇ ਪੰਥ ਖਾਲਸੇ ਨੂੰ ਦਿੱਤੀ ਹੈ? 5 ਪ੍ਰਧਾਨ ਖਾਲਸੇ ਨੂੰ, ਜਿਹੜੇ 5 ਅੰਮ੍ਰਿਤ ਛਕਾਉਂਦੇ ਨੇ। ਐਸਾ ਜੋ ਪੰਥ ਖਾਲਸਾ ਹੈ ਉਹ ਪੂਰਾ ਸਤਿਗੁਰੂ ਹੈ। ਗੁਰੂ ਖਾਲਸਾ ਜੀ ਕਈ ਢੰਡੋਰਾ ਪਿੱਟਦੇ ਨੇ ਜੀ, ਦੇਹ ਦਾ ਗੁਰੂ ਹੋਣਾ ਚਾਹੀਦਾ ਹੈ, ਦੇਹਧਾਰੀ ਗੁਰੂ ਹੋਣਾ ਚਾਹੀਦਾ ਹੈ। ਜਿਹੜੇ 5 ਪਿਆਰੇ ਨੇ ਇਹ ਦੇਹਧਾਰੀ ਗੁਰੂ ਨੇ। ਸ਼ਬਦ ਜਿਹੜਾ ਹੈ ਇਹ ਮਨ ਦਾ ਗੁਰੂ ਹੈ, ਤੇ ਗੁਰੂ ਦੀ ਹਜ਼ੂਰੀ ਵਿੱਚ ਜਦੋਂ ਅੰਮ੍ਰਿਤ ਪਾਨ ਕਰਾਉਂਦੇ ਨੇ 5 ਸਿੰਘ, ਉਹ ਦੇਹਧਾਰੀ ਤਨ ਦੇ ਗੁਰੂ ਹਨ। ਸੋ ਮਹਾਰਾਜ ਕਲਗੀਧਰ ਜੀ ਕਹਿੰਦੇ ਇਹ ਜੋ 5 ਪ੍ਰਧਾਨ ਖਾਲਸੇ ਨੇ, ਅੰਮ੍ਰਿਤ ਛਕਾਉਣ ਵਾਲੇ 5 ਪਿਆਰੇ, ਜਿਨ੍ਹਾਂ ਨੇ ਪੰਥਾਂ ਵਿੱਚੋਂ ਉੱਤਮ ਪੰਥ ਪ੍ਰਗਟਾਇਆ ਹੈ, ਇਹ ਪੂਰੇ ਸਤਿਗੁਰੂ ਨੇ। ਇਹ ਇੱਕ ਤੇ ਪ੍ਰਧਾਨ ਨੇ, ਇਸ ਤਰ੍ਹਾਂ 5 ਪਿਆਰੇ। ਤੇ ਦੂਜੇ ਜਿਹੜੇ 40 ਨੇ ਉਹ ਨੇ ਮੁਕਤਸਰ ਸਾਹਿਬ ਵਾਲੇ। ਮੁਕਤਸਰ ਸਾਹਿਬ ਵਾਲੇ ਜਿਹੜੇ 40 ਮੁਕਤੇ ਨੇ ਉਹ ਪ੍ਰਮਾਣਿਕ ਨੇ। ਉਹ ਮੈਂ ਦਰਗਾਹ ਵਿੱਚ ਬੀਜ ਰੱਖਿਆ ਹੈ। ਜੇ ਕਿਤੇ ਖਾਲਸੇ ਦੀ ਜੋਤ ਮੱਧਮ ਪੈ ਜਾਵੇ ਨਾ, ਇੱਕ ਅੱਧਾ ਘੱਲ ਕੇ ਨਾ ਉਹਨਾਂ ਵਿੱਚੋਂ ਫਿਰ ਖਾਲਸੇ ਦੀ ਜੋਤ ਮੈਂ ਪ੍ਰਚੰਡ ਕਰ ਲਵਾਂਗਾ। ਜਿਹੜੇ ਗੁਰੂ ਖਾਲਸਾ ਜੀ, ਸੰਤ ਜਰਨੈਲ ਸਿੰਘ ਜੀ ਵਰਗੇ ਮਹਾਂਪੁਰਖ ਆਉਂਦੇ ਨੇ ਮਹਾਤਮਾ ਦੁਨੀਆ ਉੱਪਰ, ਇਹ ਉਹਨਾਂ 40 ਮੁਕਤਿਆਂ ਦੇ ਵਿੱਚੋਂ ਹੀ ਹੈ ਜਿਹੜੇ ਚੱਲ ਕਰਕੇ ਆਉਂਦੇ ਨੇ। ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਪੁਰਾਣੇ ਮਹਾਂਪੁਰਖਾਂ ਤੋਂ ਸੁਣਿਆ ਹੈ ਕਿ ਉਹ ਭਾਈ ਮਹਾਂ ਸਿੰਘ ਜੀ
ਉਹਨਾਂ ਦਾ ਰੂਪ ਸਨ। ਅੰਤਮ ਸਮੇਂ ਉਹਨਾਂ ਦੀ ਇੱਛਾ ਰਹਿ ਗਈ, ਵਿਦਿਆ ਨਹੀਂ ਪੜ੍ਹੀ। ਮਹਾਰਾਜ ਨੇ ਉਹਨਾਂ ਨੂੰ ਵਿਦਿਆ ਦੇਣ ਲਈ, ਉਹਨਾਂ ਦੇ ਕੋਲੋਂ ਵਿਦਿਆ ਦਾ ਪ੍ਰਚਾਰ ਕਰਵਾਉਣ ਵਾਸਤੇ ਗੁਰੂ ਖਾਲਸਾ ਜੀ ਸੰਤ ਗਿਆਨੀ ਸੁੰਦਰ ਸਿੰਘ ਦੇ ਰੂਪ ਵਿੱਚ ਉਹਨਾਂ ਨੂੰ ਭੇਜਿਆ ਸੀ। ਐਸਾ ਮੈਂ ਆਪਣੇ ਗੁਰਦੇਵ ਜਿਨ੍ਹਾਂ ਦੇ ਕੋਲੋਂ ਵਿਦਿਆ ਪੜ੍ਹੀ, ਸੰਤ ਬਾਬਾ ਅਮਰ ਸਿੰਘ ਜੀ ਨੰਗਲੀ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੇ ਵਿਦਿਆਰਥੀ, ਉਹਨਾਂ ਦੇ ਪਾਸੋਂ ਸੁਣਿਆ ਹੈ। ਦੂਜਾ ਗੁਰੂ ਖਾਲਸਾ ਜੀ ਅਰਥ ਇਦਾਂ ਵੀ ਕਰਦੇ ਨੇ ਵਿਦਵਾਨ, ਤਾਂ ਮੈਂ ਪੰਜ ਚਾਲਸ ਪ੍ਰਵਾਨਾ। ਗੁਰੂ ਖਾਲਸਾ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਗੁਰੂ ਕਾ ਪੰਥ ਖਾਲਸਾ ਹੈ, ਉਹਦੇ ਵਿੱਚ ਪੰਜ ਨੇ ਉਹ ਪ੍ਰਵਾਨਿਕ, ਉਹ ਪ੍ਰਧਾਨ ਨੇ। ਭਾਵੇਂ 40 ਪ੍ਰਵਾਨ, 40 ਜਿਹੜੇ ਨੇ ਉਹ ਪ੍ਰਵਾਨਿਕ ਨੇ, ਪਰ ਉਹਨਾਂ ਵਿੱਚੋਂ ਜਿਹੜੇ 5 ਨੇ ਉਹ ਪ੍ਰਧਾਨ ਨੇ। ਉਹਨਾਂ ਗੁਰੂ ਕਿਆਂ ਸਿੱਖਾਂ ਨੂੰ ਪੁੱਛੀਏ ਵੀ ਮਹਾਰਾਜ ਸਾਹਿਬ ਜੀ ਨੇ ਇਸ਼ਾਰਾ ਕਿੱਧਰ ਕੀਤਾ ਹੈ, ਤਾਂ ਉਹ ਕਹਿੰਦੇ ਨੇ ਚਮਕੌਰ ਸਾਹਿਬ ਵਿਖੇ ਜਿਹੜੇ 40 ਸਨ ਨਾ ਮਹਾਰਾਜ ਸਾਹਿਬ ਦੇ ਸਿੰਘ ਸ਼ਹੀਦ ਹੋਏ, ਮਹਾਰਾਜ ਉਹਨਾਂ ਦੀ ਤਰਫ ਇਸ਼ਾਰਾ ਕਰਕੇ ਕਹਿੰਦੇ ਨੇ ਉਹ ਜਿਹੜੇ 40 ਨਰ ਸਨ ਉਹ ਪ੍ਰਵਾਨਿਕ ਸਨ। ਉਹਨਾਂ ਵਿੱਚੋਂ ਵੀ ਮਹਾਰਾਜ ਕਲਗੀਧਰ ਨੇ 5 ਨੂੰ ਹੀ ਪ੍ਰਧਾਨ ਗਣਿਆ, 5 ਪ੍ਰਧਾਨ ਖਾਲਸਾ ਠਹਿਰੇ। ਉਹਨਾਂ ਵਿੱਚੋਂ ਵੀ 5 ਹੀ ਪ੍ਰਧਾਨ ਆਏ। ਉਹਨਾਂ ਨੂੰ ਪੁੱਛੀਏ ਉਹ ਕਿਵੇਂ, ਤਾਂ ਉਹ ਗੁਰੂ ਕੇ ਸਿੱਖ ਕਹਿੰਦੇ ਨੇ ਜਦੋਂ ਮਹਾਰਾਜ ਸਾਹਿਬ ਜੀ ਨੇ ਬਾਬਾ ਸੰਤ ਸਿੰਘ ਜੀ ਨੂੰ ਆਪਣਾ ਚੰਦ ਤੋੜਾ ਦੇ ਕਰਕੇ ਗੁਰਤਾ ਗੱਦੀ ਦਿੱਤੀ ਹੈ, ਉਹਨਾਂ ਦੇ ਮੱਥੇ ਤੇ ਤਿਲਕ ਲਾਇਆ ਹੈ। ਗੁਰੂ ਖਾਲਸਾ ਜੀ ਤਿਲਕ ਸਾਹਿਬ ਪਹਿਲਾਂ ਕਿਹਾ ਕਰਦੇ ਸਨ ਚਮਕੌਰ ਸਾਹਿਬ ਨੂੰ, ਕਿਉਂਕਿ ਇੱਥੇ ਮਹਾਰਾਜ ਨੇ ਖਾਲਸੇ ਨੂੰ ਤਿਲਕ ਦਿੱਤਾ ਹੈ। ਮਹਾਨ ਕੋਸ਼ ਵਿੱਚ ਵੀ ਇਹਦਾ ਨਾਮ ਤਿਲਕ ਸਾਹਿਬ ਹੀ ਲਿਖ ਰੱਖਿਆ ਹੈ। ਤੋ ਮਹਾਰਾਜ ਸਾਹਿਬ ਜੀ ਕਹਿੰਦੇ ਬਾਬਾ ਸੰਤ ਸਿੰਘ ਜੀ ਦੇ ਸਿਰ ਤੇ ਚੰਦ ਤੋੜਾ ਸਜਾਇਆ ਤੇ ਨਾਲ 5 ਸਿੰਘ ਮਹਾਰਾਜ ਨੇ ਖਿਲਾਰੀ, 4 ਹੋ 5 ਬਣ ਗਏ ਤੇ 5 ਨੂੰ ਮਹਾਰਾਜ ਨੇ ਗੁਰਤਾ ਗੱਦੀ ਦਾ ਤਿਲਕ ਦਿੱਤਾ ਵੀ ਇਹ ਹੁਣ ਜਿਹੜੇ 5 ਨੇ ਇਹੀ ਅੱਗੇ ਪੰਥ ਦੀ ਵਾਗ ਡੋਰ ਸੰਭਾਲਣਗੇ। ਸੋ ਸਾਹਿਬ ਜੀ ਕਹਿੰਦੇ ਨੇ ਤਾਂ ਮੈਂ 40 ਪ੍ਰਵਾਨਾ ਚਮਕੌਰ ਸਾਹਿਬ ਦੇ ਵਿੱਚ ਭਾਵੇਂ 40 ਨੂੰ ਪ੍ਰਵਾਨਿਕ ਕੀਤਾ, ਪਰ ਉਹਨਾਂ ਵਿੱਚੋਂ ਅਸਾਂ ਨੇ 5 ਨੂੰ ਹੀ ਪ੍ਰਧਾਨ ਬਣਾਉਣਾ ਕੀਤਾ ਹੈ। 5 ਪ੍ਰਧਾਨ ਖਾਲਸਾ ਠਹਿਰੇ, ਉਹਨਾਂ ਵਿੱਚੋਂ ਵੀ 5 ਹੀ ਸਨ ਜਿਨ੍ਹਾਂ ਨੂੰ ਅਸੀਂ ਪ੍ਰਧਾਨ ਬਣਾਉਣਾ ਕੀਤਾ ਹੈ। ਸ਼੍ਰੀ ਅਜੀਤ ਸਿੰਘ ਜੁਝਾਰ ਸਿੰਘ, ਫਤਿਹ ਸਿੰਘ ਜੋਰਾਵਰ ਸਿੰਘ ਪਰੇ, ਇਹ ਪਿਆਰੇ ਨੇ ਸਾਨੂੰ, ਪਰ ਪੰਚਮ ਖਾਲਸਾ ਸਤਿਗੁਰ ਪੂਰਾ ਜਿਨੇ ਪੰਥ ਸੋ ਪੰਥ ਪ੍ਰਗਟਾਏ। ਜਿਨ੍ਹਾਂ ਨੇ ਪੰਥਾਂ ਵਿੱਚੋਂ ਸ੍ਰੇਸ਼ਟ ਪੰਥ ਪੈਦਾ ਕੀਤਾ ਹੈ, ਉਹ 5 ਪ੍ਰਧਾਨ ਗੁਰੂ ਕਾ ਖਾਲਸਾ ਹੈ। ਉਹੀ ਸਤਿਗੁਰੂ ਹੈ 11ਵਾਂ ਤੇ 12ਵੇਂ ਗੁਰੂ ਗ੍ਰੰਥ ਸਾਹਿਬ ਜੀ। 40 ਨਰ ਇਹ ਬੀਜ ਖਾਲਸਾ, ਮੁਕਤੇ ਪਾਵਨ ਸਿੰਘ ਬਲੀ। ਇਹ ਫਿਰ ਮੁਕਤਸਰ ਸਾਹਿਬ ਦੇ ਜਿਹੜੇ 40 ਹੋਏ ਨੇ ਉਹਨਾਂ ਵੱਲ ਇਸ਼ਾਰਾ ਮਹਾਰਾਜ ਸਾਹਿਬ ਨੇ ਕੀਤਾ ਹੈ। ਕਈ ਗੁਰੂ ਖਾਲਸਾ ਜੀ ਗੁਰੂ ਕੇ ਸਿੱਖ ਇਹਦਾ ਅਰਥ ਇਹ ਵੀ ਕਰਦੇ ਨੇ, ਚਮਕੌਰ ਸਾਹਿਬ ਦੇ ਵਿੱਚ ਗੁਰੂ ਖਾਲਸਾ ਜੀ 40 ਗੁਰੂ ਕੇ ਸਿੱਖ ਜਿਨ੍ਹਾਂ ਨੇ ਗੁਰੂ ਵਾਸਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਤੇ 5 ਨਾਲ ਹੋਰ ਸਨ। ਉਹ ਕਿਹੜੇ ਕਿਹੜੇ ਸਨ? ਇੱਕ ਮਾਤਾ ਗੁਜਰੀ ਜੀ ਤੇ 4 ਸਾਹਿਬਜ਼ਾਦੇ। ਸਾਹਿਬ ਜੀ ਕਹਿੰਦੇ ਭਾਵੇਂ ਇਹ ਪ੍ਰਮਾਣਿਕ ਨੇ, ਪਰ ਇਹਨਾਂ ਵਿੱਚੋਂ ਅਸਾਂ ਨੇ 5 ਦੇ ਤਾਈਂ ਹੀ ਗੁਰਤਾ ਗੱਦੀ ਬਖਸ਼ਣਾ ਕੀਤੀ, 5 ਨੂੰ ਹੀ ਪ੍ਰਧਾਨਤਾ ਦਿੱਤੀ ਹੈ। ਅੱਗੇ ਸ਼੍ਰੀ ਅਜੀਤ ਸਿੰਘ ਜੁਝਾਰ ਸਿੰਘ, ਫਤਿਹ ਸਿੰਘ ਜੋਰਾਵਰ ਸਿੰਘ ਪਰੇ, ਪੰਚਮ ਖਾਲਸਾ ਸਤਿਗੁਰ ਪੂਰਾ ਜਿਨੇ ਇਹ ਪੰਥ ਸੋ ਪੰਥ ਪ੍ਰਗਟਾਏ। ਭਾਵੇਂ ਇਹ ਸਾਹਿਬਜ਼ਾਦੇ ਤੇ ਮਾਤਾ ਜੀ ਸਾਨੂੰ ਪਿਆਰੇ ਸਨ, ਸਾਨੂੰ ਚਮਕੌਰ ਵਾਲੇ 40 ਵੀ ਪਿਆਰੇ ਸਨ, ਪਰ ਇਹਨਾਂ ਸਾਰਿਆਂ ਦੇ ਵਿੱਚੋਂ ਅਸਾਂ ਨੇ 5 ਨੂੰ ਹੀ ਪੂਰਾ ਸਤਿਗੁਰੂ ਬਣਾਇਆ ਹੈ। 5 ਨੂੰ ਹੀ ਅਸਾਂ ਨੇ ਗੁਰਤਾ ਦਿੱਤੀ ਹੈ, ਗੁਰੂ ਨਾਨਕ ਦੇ ਸਿੰਘਾਸਨ ਤੇ ਬਿਠਾਇਆ ਹੈ। ਇਦਾਂ ਵੀ ਗੁਰੂ ਖਾਲਸਾ ਜੀ ਅਰਥ ਕਰ ਲੈਂਦੇ ਨੇ। ਇੱਕ ਅਰਥ ਗੁਰੂ ਖਾਲਸਾ ਜੀ ਇਹ ਪ੍ਰਕਰਨ ਦਾ ਹੋਰ ਮਹਾਂਪੁਰਖ ਆਪਣੇ ਅਨੁਭਵ ਨਾਲ ਕਰਦੇ ਨੇ। ਉਹ ਤਾਨਕਾ ਦੱਸਦੇ ਨੇ
ਜਦੋਂ ਮਹਾਰਾਜ ਕਲਗੀਧਰ ਜੀ ਦਮਦਮੇ ਸਾਹਿਬ ਪਹੁੰਚੇ ਨੇ, ਉਸ ਵਕਤ ਗੁਰੂ ਖਾਲਸਾ ਜੀ ਮਾਤਾਵਾਂ ਨੇ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵੀ ਜੀ, ਉਹਨਾਂ ਨੇ ਪੁੱਛਿਆ ਕਿ ਸਾਡੇ ਲਾਲ ਨਹੀਂ ਦਿਖਾਈ ਦਿੰਦੇ, ਉਹ ਲਾਲ ਕਿੱਥੇ ਨੇ? ਤਾਂ ਮਹਾਰਾਜ ਕਲਗੀਧਰ ਨੇ ਇਸ਼ਾਰਾ ਕੀਤਾ ਕਿ ਉਹ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਨੇ। ਪਤਾ ਤੇ ਪਹਿਲਾਂ ਹੀ ਸੀ ਮਾਤਾਵਾਂ ਨੂੰ, ਪਰ ਕੀਰਲੇ ਪਾਏ। ਤੇ ਸਤਿਗੁਰੂ ਸਾਹਿਬ ਜੀ ਨੇ ਇਸ਼ਾਰਾ ਕਰਕੇ ਕਿਹਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੇ ਮਾਤਾਵਾਂ ਕਹਿਣ ਲੱਗੀਆਂ ਕਿ ਤੁਸੀਂ ਆਪਣਾ ਅੰਸ਼ ਬੰਸ਼ ਹੀ ਖਤਮ ਕਰ ਆਏ ਹੋ, ਆਪਣੀ ਅੰਸ਼ ਬੰਸ਼ ਕਿਵੇਂ ਚੱਲੇਗੀ? ਜਿਹੜੇ ਪੁੱਤਰ ਨੇ ਉਹ ਤੇ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਕਰਵਾ ਆਏ ਹੋ। ਤਾਂ ਮਹਾਰਾਜ ਕਲਗੀਧਰ ਜੀ ਕਹਿਣ ਲੱਗੇ, ਮਾਤਾ ਸਾਹਿਬ ਦੇਵਾਂ ਦੀ ਤਾਈ ਸਾਹਿਬ ਦੇਵੀ ਜੀ, ਸਾਡੇ 4 ਪੁੱਤਰ ਨਹੀਂ, ਸਾਡੇ 5 ਪੁੱਤਰ ਹਨ। ਸ੍ਰੀ ਅਜੀਤ ਸਿੰਘ, ਜੁਝਾਰ ਸਿੰਘ, ਫਤਿਹ ਸਿੰਘ, ਜੋਰਾਵਰ ਸਿੰਘ ਪਰੇ। ਮਹਾਰਾਜ ਕਲਗੀਧਰ ਜੀ ਕਹਿੰਦੇ, ਭਾਵੇਂ ਅਜੀਤ ਸਿੰਘ, ਜੁਝਾਰ ਸਿੰਘ, ਫਤਿਹ ਸਿੰਘ, ਜੋਰਾਵਰ ਸਿੰਘ, ਇਹ ਚਾਰੇ ਸਾਹਿਬਜ਼ਾਦੇ ਸਾਨੂੰ ਪਿਆਰੇ ਨੇ, ਇਹ ਵੀ ਸਾਡੇ 4 ਪੁੱਤਰ ਨੇ। ਪੰਚਮ ਖਾਲਸਾ ਸਤਿਗੁਰ ਪੂਰਾ। ਪਰ ਜਿਨ੍ਹਾਂ ਨੇ ਸਤਿਗੁਰੂ ਦੀ ਪਦਵੀ ਪ੍ਰਾਪਤ ਕੀਤੀ ਹੈ, ਜਿਹੜਾ ਪੰਜਵਾਂ ਖਾਲਸਾ, ਇਹ ਵੀ ਸਾਡਾ ਪੁੱਤਰ ਹੀ ਹੈ ਨਾ। ਜਿਹਨੇ ਇਹ ਪੰਥ ਸੋ ਪੰਥ ਪ੍ਰਗਟਾਏ, ਜਿਨ੍ਹਾਂ ਨੇ ਪੰਥਾਂ ਦੇ ਵਿੱਚੋਂ ਉੱਤਮ ਪੰਥ ਪ੍ਰਗਟ ਕੀਤਾ ਹੈ, ਇਹ ਪੰਥ ਰੂਪ ਦੇ ਵਿੱਚ ਸਾਡੀ ਅੰਸ਼ ਬੰਸ਼ ਰੱਖੇਗਾ। ਸੁੰਦਰੀ ਜੀ, ਸਾਹਿਬ ਦੇਵਾਂ ਜੀ, ਤੁਸੀਂ ਡੋਲਦੇ ਕਿਉਂ ਜੀ? ਫਿਰ ਸਵਾਲ ਕੀਤਾ, ਕਹਿਣ ਲੱਗੇ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਇਹ ਪੁੱਤਰਾਂ ਦੀ ਚੀਜ਼ ਸੀ ਤੇ ਤੁਸਾਂ ਨੇ ਇੱਕ ਪੁੱਤਰ ਵੀ ਨਾ ਰੱਖਿਆ, ਤੇ ਗੁਰਤਾ ਗੱਦੀ ਦੇ ਤਖਤ ਦੇ ਉੱਪਰ ਤੁਸਾਂ ਨੇ ਖਾਲਸੇ ਨੂੰ ਬਿਠਾ ਦਿੱਤਾ। ਜੇ ਅਜੀਤ ਨਹੀਂ ਸੀ ਤੇ ਜੁਝਾਰ ਨੂੰ ਬਿਠਾ ਦਿੰਦੇ ਹੋ, ਜੇ ਜੁਝਾਰ ਸਿੰਘ ਨਹੀਂ ਤੇ ਫਤਿਹ ਸਿੰਘ ਨੂੰ ਬਿਠਾ ਦਿੰਦੇ ਹੋ, ਇੱਕ ਪੁੱਤਰ ਨੂੰ ਤਾਂ ਬਿਠਾਉਂਦੇ ਹੋ। ਤਾਂ ਮਹਾਰਾਜ ਕਲਗੀਧਰ ਜੀ ਕਹਿਣ ਲੱਗੇ, ਤੁਸੀਂ ਚਿੰਤਾ ਕਿਉਂ ਕਰਦੇ ਹੋ? ਜੇ ਖਾਲਸੇ ਨੂੰ ਇੱਥੇ ਦਾ ਰਾਜ ਬਖਸ਼ਿਆ ਹੈ ਮਾਤ ਲੋਕ ਦਾ, ਤੇ ਤੁਹਾਡੇ ਪੁੱਤਰਾਂ ਨੂੰ ਅਸਾਂ ਨੇ ਦਰਗਾਹ ਦਾ ਰਾਜ ਬਖਸ਼ਿਆ ਹੈ। ਤਾਂ ਮਹਾਰਾਜ ਕਲਗੀਧਰ ਜੀ ਫਰਮਾਉਂਦੇ ਨੇ, ਸ਼੍ਰੀ ਅਜੀਤ ਸਿੰਘ, ਜੁਝਾਰ ਸਿੰਘ, ਫਤਿਹ ਸਿੰਘ, ਜੋਰਾਵਰ ਸਿੰਘ ਪਰੇ, 4 ਇਹ ਤੇ ਪੰਚਮ ਖਾਲਸਾ, ਪੰਜਵਾਂ ਜਿਹੜਾ ਖਾਲਸਾ ਹੈ ਮੇਰਾ, ਜਿਨੇ ਸਤਿਗੁਰੂ ਦੀ ਪਦਵੀ ਨੂੰ ਪ੍ਰਾਪਤ ਕੀਤਾ ਹੈ, ਜਿਨ੍ਹਾਂ ਨੇ ਪੰਥਾਂ ਵਿੱਚੋਂ ਉੱਤਮ ਪੰਥ ਪ੍ਰਗਟ ਕੀਤਾ ਹੈ, ਇਹ 5 ਹੋ ਗਏ। 4 ਸਾਹਿਬਜ਼ਾਦੇ ਤੇ ਪੰਜਵਾਂ ਖਾਲਸਾ, ਇਹਨਾਂ ਨੂੰ ਦਰਗਾਹ ਦਾ ਰਾਜ ਬਖਸ਼ਿਆ ਹੈ। ਦਰਗਾਹ ਵਿੱਚ ਜਿੱਥੇ ਸਾਹਿਬਜ਼ਾਦਿਆਂ ਦਾ ਮੰਦਿਰ ਹੈ, ਜਿੱਥੇ ਉਹਨਾਂ ਦੇ ਮਹੱਲ ਬਣੇ ਨੇ, ਉੱਥੇ 5 ਨੇ, ਉੱਥੇ ਇਹਨਾਂ 5 ਦੀ ਹਕੂਮਤ ਚੱਲੇਗੀ। ਜਿਹੜਾ ਵੀ ਮੇਰਾ ਸਿੱਖ ਦੁਨੀਆ ਤੋਂ ਜਾਵੇਗਾ, ਉਹ ਪਹਿਲਾਂ ਸਾਹਿਬਜ਼ਾਦਿਆਂ ਦੇ ਦਰਬਾਰ ਵਿੱਚ ਜਾਵੇਗਾ, ਉੱਥੇ ਜਾ ਕੇ 5 ਦੇ ਪੇਸ਼ ਹੋਵੇਗਾ। 5 ਪਿਆਰੇ ਪੁੱਛਣਗੇ, 4 ਸਾਹਿਬਜ਼ਾਦੇ ਤੇ ਪੰਜਵਾਂ ਖਾਲਸਾ। ਖਾਲਸੇ ਵਿੱਚੋਂ ਬਾਬਾ ਦੀਪ ਸਿੰਘ ਨੂੰ ਲੈ ਲੈਂਦੇ ਨੇ। ਇਹ 5 ਪੁੱਛਣਗੇ ਕਿ ਤੂੰ ਕੋਈ ਕਰੈਤ ਨਹੀਂ ਕੀਤੀ, ਉਹਦਾ ਹਿਸਾਬ ਕਿਤਾਬ ਵੇਖਣਗੇ। ਜੇ ਕੋਈ ਕਰੈਤੀਆ ਹੋਵੇਗਾ, ਉਹਨੂੰ ਫਿਰ ਮਾਤ ਲੋਕ ਤੇ ਭੇਜਣਗੇ, ਜਾ ਜਨਮ ਲਓ ਤੇ ਜਾ ਕਰਕੇ ਅੰਮ੍ਰਿਤ ਛਕ ਕੇ ਆ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਇੱਕ ਵਾਰੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਅੰਮ੍ਰਿਤ ਛਕਾ ਰਹੇ ਸਨ। ਅੰਮ੍ਰਿਤ ਛਕਾਉਂਦਿਆਂ ਇੱਕ ਸਿੰਘ ਆਇਆ, ਉਹਨੇ ਬੜੀ ਭੱਦੀ ਜੀ ਕੁਰੈਤ ਕੀਤੀ ਸੀ। ਮਹਾਂਪੁਰਖ ਕਹਿਣ ਲੱਗੇ, ਜਾ ਲੰਗਰ ਦੇ ਵਿੱਚ ਲੋਹ ਤੋਂ ਮੂੰਹ ਕਾਲਾ ਕਰਕੇ ਆ। ਜੇ ਨਾ ਕਰਕੇ ਆਇਆ ਗੁਰੂ ਦੀ ਹਜ਼ੂਰੀ ਵਿੱਚ, ਤੇ ਦਰਗਾਹ ਦੇ ਵਿੱਚ ਵੀ 5 ਪਿਆਰੇ ਨੇ, ਉੱਥੇ ਫਿਰ ਤੈਨੂੰ ਕਰਨਾ ਪਵੇਗਾ, ਨਾਲੇ ਜਨਮ ਲੈਣਾ ਪਵੇਗਾ। ਉਹਨਾਂ ਦਾ ਇਸ਼ਾਰਾ ਵੀ ਸੀ ਵੀ ਇਹ ਦਰਗਾਹ ਵਿੱਚ 5 ਪਿਆਰੇ ਨੇ। ਗੁਰੂ ਖਾਲਸਾ ਜੀ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਜਿੱਥੇ ਸਾਹਿਬਜ਼ਾਦਿਆਂ ਦਾ ਦਰਬਾਰ ਹੈ, ਉਹ ਦਰਬਾਰ ਦੇ ਅੱਗੇ ਭਾਈ ਮਣੀ ਸਿੰਘ ਤੇ ਭਾਈ ਤਾਰੂ ਸਿੰਘ ਜੀ। ਸੱਜੇ ਪਾਸੇ ਭਾਈ ਮਣੀ ਸਿੰਘ, ਖੱਬੇ ਪਾਸੇ ਭਾਈ ਤਾਰੂ ਸਿੰਘ ਜੈ ਤੇ ਬਜੈ ਵਾਂਗ ਖੜੇ ਪਹਿਰੇਦਾਰ ਬਣ ਕੇ ਗੁਰੂ ਖਾਲਸਾ ਜੀ
ਉੱਥੇ ਸਨਮਾਨ ਕਰਦੇ ਨੇ ਸਾਹਿਬਜ਼ਾਦਿਆਂ ਦੀ ਦਰਬਾਰ ਦਾ। ਉਹ ਜੈ ਤੇ ਵਿਜੈ ਦੀ ਪਦਵੀ ਨੂੰ ਪ੍ਰਾਪਤ ਹਨ। ਸੋ ਮਹਾਰਾਜ ਕਲਗੀਧਰ ਨੇ ਇਹਨਾਂ ਆਪਣੇ ਸਾਹਿਬਜ਼ਾਦਿਆਂ ਨੂੰ ਦਰਗਾਹ ਦੇ 5 ਪਿਆਰੇ ਬਣਾਉਣਾ ਕੀਤਾ ਹੈ। ਇਹ ਅਰਥ ਅਕਾਲੀ ਬਾਬਾ ਸੰਤਾ ਸਿੰਘ ਸਾਹਿਬ ਜੀ 96 ਕਰੋੜੀ ਮਹਾਂਪੁਰਖ ਉਹ ਕਰਿਆ ਕਰਦੇ ਸਨ। ਅੱਗੇ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ, ਜਿਹੜੇ ਮੁਕਤਸਰ ਸਾਹਿਬ ਦੇ ਵਿੱਚ ਗੁਰੂ ਖਾਲਸਾ ਜੀ ਸਤਿਗੁਰਾਂ ਦੇ ਪਿਆਰੇ ਦੁਲਾਰੇ, ਜਿਹੜੇ ਗੁਰੂ ਖਾਲਸਾ ਜੀ ਇਹ ਲੋਕ ਤੋਂ ਸੁਰਖਰੂ ਹੋ ਕਰਕੇ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਅਭੇਦ ਹੋਏ, ਉਹਨਾਂ ਦੇ ਬਾਬਤ ਕਹਿੰਦੇ ਨੇ 40 ਨਰ ਇਹ ਬੀਜ ਖਾਲਸਾ। ਜਿਹੜੇ 40 ਮੁਕਤਸਰ ਸਾਹਿਬ ਵਾਲੇ ਨਰ ਨੇ ਇਹ ਖਾਲਸੇ ਦਾ ਬੀਜ ਹੈ, ਜਿਨ੍ਹਾਂ ਨੂੰ ਮਹਾਰਾਜ ਨੇ ਕਿਹਾ ਸੀ ਇਹ ਮੇਰਾ ਹਜ਼ਾਰੀ ਹੈ, ਇਹ ਮੇਰਾ 10 ਹਜ਼ਾਰੀ ਹੈ, ਇਹ 10,000 ਫੌਜ ਦਾ ਮਾਲਕ ਹੈ, ਇਹ 1000 ਫੌਜ ਦਾ ਮਾਲਕ ਹੈ। ਇਹ ਮੁਕਤੇ ਨੇ, ਇਹਨਾਂ ਨੂੰ 40 ਮੁਕਤਿਆਂ ਦੇ ਨਾਵਾਂ ਨਾਲ ਜਾਣੇ ਜਾਣਗੇ, ਇਹ ਲੋਕ ਜਾਣਿਆ ਕਰਨਗੇ। ਇਹ ਪਾਵਨ ਪਵਿੱਤਰ ਨੇ, ਇਹ ਬਲੀ ਸਿੰਘ ਹਨ, ਇਹਨਾਂ ਦੇ ਸਮਾਨ ਦੁਨੀਆ ਦੇ ਉੱਪਰ ਕੋਈ ਬਲੀ ਨਹੀਂ ਹੋਇਆ। ਮਾਤ ਭਗਵਤੀ ਪਿਤਾ ਅਕਾਲ ਪੁਰਖ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਇਹ ਜੋ ਗੁਰੂ ਕਾ ਪੰਥ ਖਾਲਸਾ ਹੈ, ਇਹ ਖਾਲਸੇ ਦੀ ਮਾਤਾ ਕੌਣ ਹੈ? ਭਗਵਤੀ। ਭਗਵਤੀ ਕੌਣ ਹੈ? ਕਿਰਪਾਨ। ਕਿਉਂਕਿ ਕਿਰਪਾਨ ਦੀ ਤੇਜ ਧਾਰ ਵਿੱਚੋਂ ਗੁਰੂ ਕਾ ਪੰਥ ਖਾਲਸਾ ਪ੍ਰਗਟ ਹੋਇਆ ਹੈ। ਇਸ ਲਈ ਗੁਰੂ ਕੇ ਪੰਥ ਖਾਲਸੇ ਦੀ ਮਾਤਾ ਕੌਣ ਹੈ? ਭਗਵਤੀ। ਤੇ ਪਿਤਾ ਕੌਣ ਹੈ? ਅਕਾਲ ਪੁਰਖ। ਅਕਾਲ ਪੁਰਖ ਦੇ ਬਚਨਾਂ ਦੁਆਰਾ ਇਹ ਗੁਰੂ ਕਾ ਪੰਥ ਖਾਲਸਾ ਪ੍ਰਗਟ ਹੋਇਆ ਹੈ। ਤੇ ਮਾਂ ਦੀ ਤਿੱਖੀ ਤੇਜ ਧਾਰ ਵਿੱਚੋਂ, ਕਿਉਂਕਿ ਮਹਾਰਾਜ ਨੇ ਤੇਗ ਦੇ ਨਾਲ ਹੀ ਸੀਸ ਜੁਦਾ ਕੀਤੇ, ਫਿਰ ਅੱਡੋ ਅੱਡੜੇ ਧਰਾਂ ਨਾਲ ਅੱਡੋ ਅੱਡੜੇ ਸਿਰ ਜੋੜ ਕੇ ਮਹਾਰਾਜ ਨੇ ਮੁਖ ਵਿੱਚ ਜੀਵਨ ਦੇਣ ਵਾਲਾ ਅੰਮ੍ਰਿਤ ਪਾਇਆ ਤੇ ਸੱਚੇ ਪਾਤਸ਼ਾਹ ਜੀ ਨੇ ਪੰਜਾਂ ਨੂੰ ਸੁਰਜੀਤ ਕੀਤਾ। ਕਈ ਕਹਿੰਦੇ ਜੀ ਮਹਾਰਾਜ ਨੇ ਬੱਕਰੇ ਵੱਢੇ ਨੇ, ਕੋਈ ਕਿਸੇ ਤਰ੍ਹਾਂ ਦੀ ਗੱਲ ਕਰਦਾ ਹੈ। ਆ ਦੇਖੋ ਮਹਾਰਾਜ ਨੇ ਪ੍ਰਗਟ ਹੀ ਲਿਖਿਆ ਮਾਤ ਭਗਵਤੀ। ਭਗਵਤੀ ਨਾਮ ਕਿਰਪਾਨ ਦਾ ਹੈ। ਖਾਲਸੇ ਦੀ ਮਾਤਾ ਕੌਣ ਹੈ? ਕਿਰਪਾਨ ਹੈ, ਕਿਉਂਕਿ ਕਿਰਪਾਨ ਤੋਂ ਖਾਲਸੇ ਦਾ ਅਵਤਾਰ ਹੋਇਆ ਹੈ। ਤੇ ਪਿਤਾ ਕੌਣ ਹੈ? ਪਿਤਾ ਕਾਲ ਪੁਰਖ ਹੈ। ਕਈ ਬੀੜਾਂ ਵਿੱਚ ਅਕਾਲ ਪੁਰਖ ਵੀ ਹੈ, ਪਰ ਚਾਲ ਦੇ ਨਾਲ ਕਾਲ ਪੁਰਖ ਹੀ ਠੀਕ ਹੈ। ਸਾਰਿਆਂ ਦਾ ਕਾਲ ਕਰਨੇ ਵਾਲਾ ਤੇ ਪੁਰੀਆਂ ਪੁਰੀਆਂ ਵਿੱਚ ਜੋ ਵਸਣ ਵਾਲਾ ਪੁਰਖ ਹੈ, ਉਹ ਅਕਾਲ ਪੁਰਖ ਪਰਮੇਸ਼ਰ ਖਾਲਸੇ ਦਾ ਪਿਤਾ ਹੈ। ਗੋਦ ਲਿਓ ਦੈ ਖਾਸ ਪੱਲੀ। ਹਾਂ, ਪੱਲੀ ਨਾਮ ਪਾਲਣਾ ਕੀਤਾ ਤੇ ਖਾਸ ਨੇ ਮੈਨੇ ਖਾਸ ਤਰੀਕੇ ਦੇ ਨਾਲ ਗੁਰੂ ਕੇ ਖਾਲਸੇ ਦੀ ਪਲੀ ਮੈਨੇ ਪਰਵਰਿਸ਼ ਕੀਤੀ ਹੈ। ਗੋਦ ਲਿਓ, ਇਹ ਮਾਂ ਕਿਰਪਾਨ ਨੇ ਖਾਲਸੇ ਨੂੰ ਗੋਦ ਵਿੱਚ ਲੈਣਾ ਕੀਤਾ ਹੈ। ਦੈ ਖਾਸ ਪਲੀ ਗੁਰੂ ਖਾਲਸਾ ਜੀ ਪੋਲਾ ਹੈ, ਪਰਵਰਿਸ਼ ਦਾ ਨਾਮ। ਖਾਸ ਪਰਵਰਿਸ਼ ਦੇ ਕਰਕੇ ਖਾਲਸੇ ਨੂੰ ਗੋਦ ਲੈਣਾ ਕੀਤਾ ਹੈ। ਗੁਰੂ ਖਾਲਸਾ ਜੀ ਲੋਕਾਂ ਦੀਆਂ ਮਾਵਾਂ ਤੇ ਲਾੜ ਲਡਾਉਂਦੀਆਂ ਨੇ, ਤੇ ਕਿਰਪਾਨ ਨੇ ਕੈਸਾ ਲਾੜ ਲੜਾਇਆ, ਸੀਸ ਹੀ ਧੜ ਦੇ ਨਾਲੋਂ ਜੁਦਾ ਕਰ ਦਿੱਤਾ। ਇਹ ਹੈ ਖਾਸ ਪਰਵਰਿਸ਼ ਕਰਕੇ ਦੇ ਕਰਕੇ ਖਾਸ ਪਰਵਰਿਸ਼ ਤੇ ਖਾਲਸੇ ਨੂੰ ਗੋਦ ਵਿੱਚ ਲੈਣਾ ਕੀਤਾ ਹੈ। ਸਕਲ ਭਰਮ ਪਰ ਹਰ ਕਰ ਹਰ ਜਨ। ਹਾਂ, ਹਰੀ ਦੇ ਜਨ ਨੇ ਇਹ ਖਾਲਸੇ, ਸਾਰੇ ਭਰਮਾਂ ਨੂੰ ਪਰ ਹਰ ਮੈਨੇ ਦੂਰ ਕਰਕੇ। ਸਤਨਾਮ ਸੁਚ ਮੰਤਰ ਬਲੀ। ਜੋ ਸੱਚਾ ਨਾਮ ਵਾਹਿਗੁਰੂ ਸੁੱਚਾ ਮੰਤਰ ਹੈ, ਬਲੀ ਮੰਤਰ ਹੈ, ਇਹਨੂੰ ਜਪ ਕਰਕੇ ਇਹਦੇ ਪ੍ਰਸਾਦ ਨਾਲ ਸਾਰੇ ਹੀ ਭਰਮਾਂ ਨੂੰ ਪਰਹਰ ਕਰਕੇ। ਆਪ ਜਪਤ ਅਰ ਜਗਤ ਜਪਾਵਤ। ਆਪ ਜਪਦੇ ਨੇ, ਹੋਰਨਾਂ ਦੇ ਤਾਈਂ ਜਪਾਉਂਦੇ ਹਨ। ਭਗਤ ਸਿਰੋਮਨ ਮਾਹੇ ਕਲੀ। ਸਾਰੇ ਭਰਮਾਂ ਨੂੰ ਪਰਹਰ ਕਰਕੇ ਸ਼੍ਰੋਮਣੀ ਭਗਤ ਜਗਤ ਦੇ ਵਿੱਚ ਕਲਯੁਗ ਦੇ ਵਿੱਚ ਇਹ ਗੁਰੂ ਕੇ ਪੰਥ ਖਾਲਸੇ ਹੋਏ ਹਨ। ਇਹ ਹਰੀ ਦੇ ਜਨ ਸਾਰੇ ਭਰਮਾਂ ਨੂੰ ਪਰਹਰ ਕਰਕੇ ਤੇ ਸਤਨਾਮ ਵਾਹਿਗੁਰੂ ਸੁੱਚਾ ਮੰਤਰ, ਸੁੱਚਾ ਕਰਨ ਵਾਲਾ ਮੰਤਰ, ਬਲੀ ਮੰਤਰ ਜਪਦੇ ਨੇ। ਆਪ ਜਪਾਉਂਦੇ ਨੇ, ਆਪ ਜਪਦੇ ਨੇ, ਹੋਰਨਾਂ ਨੂੰ ਜਪਾਉਂਦੇ ਨੇ। ਅਤੇ ਭਗਤ ਸ਼੍ਰੋਮਣੀ ਭਗਤ ਕਲਯੁਗ ਦੇ ਸਮੇਂ ਵਿੱਚ ਹੋਏ ਨੇ। ਸਭ ਤੱਕ ਇੱਕ, ਇਹ ਸੱਤਾਂ ਦਾ ਇੱਕ ਹੋਇਆ। ਅੱਗੇ ਗੁਰੂ ਖਾਲਸਾ ਜੀ ਇਤ ਸ੍ਰੀ ਪੰਥ ਪ੍ਰਕਾਸ਼,
ਮਹਾਰਾਜ ਕਹਿੰਦੇ ਇਦਾਂ ਖਾਲਸਾ ਪੰਥ ਦਾ ਪ੍ਰਕਾਸ਼ ਮੈਨੇ ਪ੍ਰਗਟਾਵਾ ਹੋਇਆ ਹੈ। ਸ਼ੁਰੂ ਕੀਤਾ ਸੀ ਮਹਾਰਾਜ ਨੇ ਖਾਲਸਾ ਪ੍ਰਕਾਸ਼ ਦੇ ਸਿਰਲੇਖ ਹੇਠ ਤੇ ਅੰਤਕਾ ਲਿਖੀ ਹੈ ਪੰਥ ਪ੍ਰਕਾਸ਼। ਖਾਲਸਾ ਪੰਥ ਪ੍ਰਕਾਸ਼ ਨਾਮ ਦੀ ਜੋ ਗੁਰਬਾਣੀ ਹੈ ਉਹ ਇਤ ਸ਼੍ਰੀ ਸੰਪੂਰਨ ਹੋਈ। ਸ਼ੁਭ ਬੰਸ, ਇਹਦੇ ਵਿੱਚ ਸਤਿਗੁਰਾਂ ਦੀ ਸ਼ੁਭ ਬੰਸ ਦਾ ਕਥਨ ਵੀ ਕੀਤਾ ਹੈ। ਸਤਿਗੁਰ ਪਾਤਸ਼ਾਹੀ ਦਸਤ, ਮੈਨੂੰ 10ਵੇਂ ਥਾਂ ਤੇ ਕਰਨ ਵਾਲੀ ਜੋ ਸਤਿਗੁਰਾਂ ਦੀ ਪਾਤਸ਼ਾਹੀ ਕਹੀਏ ਗੁਰਤਾ ਗੱਦੀ ਹੈ, ਉਹਦਾ ਵੀ ਕਥਨ ਕੀਤਾ ਹੈ। ਵਰਣਨੰ ਸ਼ੁਭੰ, ਇਹ ਵਰਣਨ ਕੀਤਾ ਹੈ ਜਿਹੜਾ ਇਹਨੂੰ ਪੜ੍ਹੇ ਉਹਦਾ ਸ਼ੁਭੰ ਭਲਾ ਹੋਵੇ। ਇਤ ਸ੍ਰੀ, ਇਹ ਪ੍ਰਸੰਗ ਸੰਪੂਰਨ ਹੋਇਆ ਹੈ। ਗੁਰੂ ਖਾਲਸਾ ਜੀ ਇਹ ਪੰਥ ਪ੍ਰਕਾਸ਼ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦਾ ਲਿਖਿਆ ਗਿਆ ਹੈ। ਇਹਦਾ ਨਾਮ ਹੈ ਪੰਥ ਪ੍ਰਕਾਸ਼ ਪਾਤਸ਼ਾਹੀ ਦਸਵੀਂ। ਇਹਦੇ ਤੋਂ ਅੱਗੇ ਗੁਰੂ ਖਾਲਸਾ ਜੀ ਰਤਨ ਸਿੰਘ ਜੀ ਭੰਗੂ ਉਹਨਾਂ ਨੇ ਸੇਧ ਲਈ ਤੇ ਅੰਗਰੇਜ਼ਾਂ ਦੇ ਕੈਪਟਨ ਮਰੇ ਦੇ ਪੁੱਛਣ ਤੇ ਉਹਨਾਂ ਨੇ ਪਹਿਲਾ ਪੰਥ ਪ੍ਰਕਾਸ਼ ਲਿਖਿਆ। ਬਾਅਦ ਵਿੱਚ ਗਿਆਨੀ ਗਿਆਨ ਸਿੰਘ ਜੀ ਦੇ ਨਾਮ ਹੇਠ 3 ਪੰਥ ਪ੍ਰਕਾਸ਼ ਪ੍ਰਚਲਿਤ ਹੋਏ। ਇੱਕ ਗੁਰੂ ਖਾਲਸਾ ਜੀ ਪੰਥ ਪ੍ਰਕਾਸ਼ ਉਹਨਾਂ ਨੇ ਲਾਹੌਰ ਤੋਂ ਛਪਵਾਇਆ। ਇੱਕ ਪੰਥ ਪ੍ਰਕਾਸ਼ ਭਾਸ਼ਾ ਵਿਭਾਗ ਤੋਂ ਛਪਿਆ ਹੈ ਉਹਨਾਂ ਦੇ ਨਾਮ ਹੇਠ। ਇੱਕ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਵੱਲੋਂ। ਇਹ ਗੁਰੂ ਖਾਲਸਾ ਜੀ ਗਿਣਤੀ 'ਚ 4 ਹੋ ਗਏ। ਇੱਕ ਰਤਨ ਸਿੰਘ ਭੰਗੂ ਦਾ, 3 ਗੁਰੂ ਖਾਲਸਾ ਜੀ ਗਿਆਨੀ ਗਿਆਨ ਸਿੰਘ ਦੇ, ਤੇ ਸਭ ਤੋਂ ਪਹਿਲਾ ਜੋ ਮੂਲ ਪੰਥ ਪ੍ਰਕਾਸ਼ ਹੈ ਉਹ ਕਲਗੀਧਰ ਦਾ, ਜਿਹਦੇ ਤੋਂ ਸੇਧ ਲੈ ਕੇ ਰਤਨ ਸਿੰਘ ਜੀ ਭੰਗੂ ਨੇ ਨਾਮ ਰੱਖਿਆ ਸੀ ਪੰਥ ਪ੍ਰਕਾਸ਼। ਜੋ ਖਾਲਸੇ ਦਾ ਇਤਿਹਾਸ ਲਿਖਿਆ ਹੈ ਉਹਨਾਂ ਨੇ। ਇੱਕ ਨਾਮਧਾਰੀਆਂ ਨੇ ਵੀ ਪੰਥ ਪ੍ਰਕਾਸ਼ ਲਿਖਿਆ ਹੈ। ਇੱਕ ਮਿਸਲ ਸ਼ਹੀਦਾਂ ਤਰਨਾ ਦਲ ਦਾ ਪੰਥ ਪ੍ਰਕਾਸ਼ ਉਹ ਦਾਸ ਵੱਲੋਂ ਲਿਖਿਆ ਜਾ ਰਿਹਾ ਹੈ, ਲਿਖਿਆ ਹੀ ਗਿਆ ਹੈ। ਸਤਿਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਵੀ ਪੰਥ ਦੇ ਚਰਨਾਂ ਵਿੱਚ ਭੇਟ ਕੀਤਾ ਜਾਵੇਗਾ। ਸੋ ਇਹ ਮਹਾਰਾਜ ਕਲਗੀਧਰ ਜੀ ਵੱਲੋਂ ਪੰਥ ਪ੍ਰਕਾਸ਼ ਲਿਖਿਆ ਗਿਆ। ਅੱਗੇ ਮਹਾਰਾਜ ਸਾਹਿਬ ਜੀ ਹੁਣ ਗੁਰੂ ਕੇ ਪੰਥ ਖਾਲਸੇ ਦੀ ਗੱਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਨੇ। ਕਈ ਕਹਿੰਦੇ ਨੇ ਜੀ ਸਰਬਲੋ ਪ੍ਰਕਾਸ਼ 10ਵੇਂ ਪਾਤਸ਼ਾਹ ਦੀ ਰਚਨਾ ਨੇ। ਜੇ ਸਰਬਲੋ ਨੂੰ ਖੰਡਨ ਕਰੋਗੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਦਾ ਜੋ ਪ੍ਰਮਾਣ ਹੈ ਸਾਨੂੰ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚੋਂ ਮਿਲਦਾ ਹੈ, ਉਹ ਕਿੱਥੋਂ ਲਿਆਵਾਂਗੇ। ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਭਾਵੇਂ ਸਤਿਗੁਰਾਂ ਦੇ ਡੈਰੀ ਬਰਦਾਰ ਦਾ ਲਿਖਿਆ ਹੋਇਆ ਦੋਹਰਾ ਹੈ, ਸਤਿਗੁਰਾਂ ਤੋਂ ਸੁਣ ਕੇ ਉਹਨਾਂ ਨੇ ਅੰਕਿਤ ਕੀਤਾ ਸੀ, ਪਰ ਗੁਰੂ ਖਾਲਸਾ ਜੀ ਉਹ ਡੈਰੀ ਤੇ ਗੁਪਤ ਹੋ ਗਈ ਹੈ। ਤੇ ਗਿਆਨੀ ਗਿਆਨ ਸਿੰਘ ਜੀ ਨੇ ਇਹ ਪੰਥ ਪ੍ਰਕਾਸ਼ ਵਿੱਚ ਦੋਹਰਾ ਲਿਖਿਆ ਆਗਿਆ ਭਈ ਵਾਲਾ। ਕਈ ਕਹਿ ਦਿੰਦੇ ਆ ਜੀ ਇਹ ਗਿਆਨੀ ਗਿਆਨ ਸਿੰਘ ਦਾ ਹੀ ਹੈ, ਸ਼ੰਕਾ ਉਠਾਉਂਦੇ ਨੇ। ਪਰ ਜੋ ਸਰਬਲੋ ਪ੍ਰਕਾਸ਼ ਗ੍ਰੰਥ 10ਵੇਂ ਪਾਤਸ਼ਾਹ ਦਾ ਹੈ, ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਦਾ ਇਹ ਸ਼ਬਦ ਹੈ ਜਿਹੜਾ ਹੁਣ ਸ਼ਬਦ ਆ ਰਿਹਾ ਹੈ। ਇਹਦੇ ਤੋਂ ਗੁਰੂ ਖਾਲਸਾ ਜੀ ਪੱਕਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਦਾ ਮਿਲਦਾ ਹੈ। ਭਾਵੇਂ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਰਕੇ ਜਾਣਦੇ ਹਾਂ, ਪਰ ਕਈ ਗੁਰੂ ਖਾਲਸਾ ਜੀ ਉਟੰਗਣ ਸ਼ੰਕੇ ਹਟਾਉਂਦੇ ਨੇ, ਕੋਈ ਪ੍ਰਮਾਣ ਦਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਦਾ, ਤਾਂ ਸਰਬਲੋ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਇਹ ਪ੍ਰਮਾਣ ਸਾਨੂੰ ਮਿਲ ਜਾਂਦਾ ਹੈ। ਸੋ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ। ਅਥ ਗ੍ਰੰਥ ਸਥਾਪਨ ਮਹਾਤਮ ਸ੍ਰੀ ਸਤਿਗੁਰ ਬਿਗ੍ਰਹ ਕਥ ਤੇ ਤਵਾ ਬਲ। ਮਹਾਰਾਜ ਕਲਗੀਧਰ ਜੀ ਕਹਿੰਦੇ ਹੁਣ ਮੈਂ ਜੋ ਇਹ 5ਵੇਂ ਪਾਤਸ਼ਾਹ ਜੀ ਦਾ ਬਣਾਇਆ ਗੁਰੂ ਗ੍ਰੰਥ ਹੈ ਤੇ ਉਹਦਾ ਸਥਾਪਨ ਦਾ ਅਰਥ ਹੁੰਦਾ ਹੈ ਪੂਜਾ ਅਰਚਨਾ। ਉਹਦੀ ਪੂਜਾ ਅਰਚਨਾ ਕਿਵੇਂ ਕਰਨੀ ਹੈ ਤੇ ਫਿਰ ਉਹਦਾ ਮਹਾਤਮ ਕਿੰਨਾ ਕੁ ਹੈ। ਫਿਰ ਸ਼੍ਰੀ ਸ਼੍ਰੋਮਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜੋ ਬਿਗ੍ਰਹ ਸਰੂਪ ਹੈ ਮੇਰੇ ਤੋਂ ਬਾਅਦ 11ਵਾਂ ਤੇ 12ਵਾਂ, ਉਹਦੇ ਬਾਰੇ ਮੈਂ ਦੱਸਦਾ ਹਾਂ। ਮਹਾਰਾਜ ਕਲਗੀਧਰ ਜੀ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਮੈਨੂੰ ਵੀ ਪ੍ਰਾਪਤ ਹੋਈ। ਹੁਣ ਮੇਰੇ ਤੋਂ ਅੱਗੇ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਕਿਹਨੂੰ ਜਾਣਨਾ ਹੈ ਖਾਲਸੇ ਨੇ। ਤੇ ਮਹਾਰਾਜ ਨੇ ਸਰਬਲੋ ਦੀ ਰਚਨਾ ਕਰਦਿਆਂ ਦੱਸਿਆ ਹਜੂਰ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਜਾਣਨਾ ਹੈ ਤੇ ਗੁਰੂ ਪੰਥ ਮਹਾਰਾਜ ਨੂੰ ਜਾਣਨਾ ਹੈ। ਇਹ 11ਵੇਂ ਤੇ 12ਵੇਂ ਗੁਰਦੇਵ ਨੇ।
ਕਥਤੇ ਤੇ ਡੰਡੇ ਨੇ, ਤੁਆ ਬਲ ਤੇਰੀ ਕਿਰਪਾ ਨਾਲ। ਇੱਥੇ ਵੀ ਡੰਡੇ ਨੇ, ਅੱਗੇ ਪੁਨਿਆਕੀ ਦੇ ਵੀ ਡੰਡੇ ਨੇ। ਪੁਨਿਆਕੀ ਰਾਗ ਵਿੱਚ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ। ਆਪਨ ਪਾ ਸ੍ਰੀ ਖਾਲਸਾ ਸੋ ਪਾ। ਮਹਾਰਾਜ ਕਲਗੀਧਰ ਜੀ ਕਹਿੰਦੇ, ਪਉ ਮੈਨੇ ਸਰੀਰ, ਮੈਂ ਆਪਣਾ ਸਰੀਰ ਗੁਰੂ ਕੇ ਖਾਲਸੇ ਨੂੰ ਸੌਂਪ ਦਿੱਤਾ ਹੈ। ਜਿਨੇ ਮੇਰੇ ਦੇਹ ਦਾ ਦਰਸ਼ਨ ਕਰਨਾ ਹੋਵੇ ਉਹ ਖਾਲਸੇ ਦੇ ਵਿੱਚੋਂ ਕਰ ਲਵੇ। ਮਹਾਰਾਜ ਦਾ ਹੁਕਮ ਸੀ ਕਿ ਜੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਾ ਹੋਣ ਤੇ ਖਾਲਸੇ ਦਾ ਦਰਸ਼ਨ ਕਰਿਓ, ਪੰਜਾਂ ਪਿਆਰਿਆਂ ਦਾ ਕਰਿਓ। ਜੇ ਪੰਜ ਪਿਆਰੇ ਨਾ ਲੱਭਣ ਤੇ ਦੋ ਖਾਲਸਿਆਂ ਦਾ ਦਰਸ਼ਨ ਕਰ ਲਿਓ। ਜੇ ਦੋ ਸਿੰਘ ਵੀ ਨਾ ਲੱਭਣ, ਇੱਕ ਸਿੰਘ ਵਿੱਚੋਂ ਮੇਰਾ ਰੂਪ ਵੇਖ ਲਿਓ। ਜੇ ਕੋਈ ਇਹੋ ਜਿਹਾ ਸਮਾਂ ਬਣ ਜਾਵੇ ਸਿੰਘ ਵੀ ਨਾ ਲੱਭੇ ਤੇ ਪਾਣੀ ਦੇ ਵਿੱਚ ਆਪਣਾ ਪਰਛਾਵਾਂ ਵੇਖ ਲਿਓ ਤੇ ਆ ਮੇਰਾ ਦਰਸ਼ਨ ਸਮਝਿਓ। ਆਪਣੇ ਬਾਣੇ ਵਿੱਚੋਂ ਮੇਰਾ ਦਰਸ਼ਨ ਕਰ ਲਿਓ। ਮਹਾਰਾਜ ਕਹਿੰਦੇ ਜੇ ਕਿਤੇ ਪਾਣੀ ਵੀ ਨਾ ਲੱਭੇ ਤੇ ਆਪਣੇ ਦਾੜੇ ਦਾ ਦਰਸ਼ਨ ਕਰ ਲਿਓ। ਇਹ ਦਾੜਾ ਵੀ ਮੇਰਾ ਹੀ ਰੂਪ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਮਹਾਰਾਜ ਕਹਿੰਦੇ ਮੈਂ ਆਪਣਾ ਸਰੂਪ ਸ਼੍ਰੋਮਣੀ ਗੁਰੂ ਕੇ ਪੰਥ ਖਾਲਸੇ ਨੂੰ ਸੌਂਪ ਦਿੱਤਾ ਹੈ। ਸੌਂਪਾ ਦੀ ਜਗ੍ਹਾ ਤੇ ਪਾਠ ਭੇਦ ਦੀਨਾ ਵੀ ਹੈ। ਦੁਤੀਆ ਰੂਪ ਸਤਿਗੁਰੂ ਗ੍ਰੰਥਾ। ਹਾਂ, ਦੁਤੀਆ ਦੱਦੇ ਨੂੰ ਔਂਕੜ ਤੇ ਤੱਤੇ ਨੂੰ ਬਿਹਾਰੀ ਤੇ ਐੜੇ ਨੂੰ ਕਰਨਾ, ਇਹੀ ਪਾਠ ਹੈ ਪੁਰਾਣੀਆਂ ਬੀੜਾਂ ਚ ਆਉਂਦਾ। ਦੂਜਾ ਰੂਪ ਕਿਹੜਾ ਹੈ? ਸਤਿਗੁਰੂ ਗ੍ਰੰਥ ਸਾਹਿਬ ਜੀ। ਇਹ ਦੂਸਰਾ ਸਰੂਪ ਹੈ ਮੇਰਾ। ਬੋਲਨ ਸਤਿਗੁਰ ਸ਼ਬਦ ਸੰਭਾਖਣ। ਹਾਂ, ਕਹਿੰਦੇ ਵੀ ਜੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬੋਲਣਾ ਹੋਵੇ ਨਾ, ਗੱਲਾਂ ਕਰਨੀਆਂ ਹੋਣ ਤੇ ਗੁਰਾਂ ਦੇ ਸ਼ਬਦ ਨੂੰ ਸੰਭਾਖਣ ਪੜ੍ਹ ਲਿਆ ਕਰੋ। ਸ਼ਬਦ ਦੇ ਨਾਲ ਗੱਲਾਂ ਕਰ ਲਿਆ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਪੜ੍ਹ ਲਿਆ ਤੇ ਜਿਹਾ ਗੁਰੂ ਨਾਨਕ ਸਾਹਿਬ ਨਾਲ ਗੱਲਾਂ ਕਰ ਲੀਆਂ ਤਿਹਾ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਪੜ੍ਹ ਲਿਆ, ਇੱਕ ਬਰਾਬਰ ਹੀ ਹੈ। ਨਾਮ ਗੋਬਿੰਦ ਕੀਰਤਨ ਸੰਥਾ। ਫਿਰ ਸਾਹਿਬ ਜੀ ਕਹਿੰਦੇ ਨੇ ਵੀ ਸ਼ਬਦ ਪੜ੍ਹਨਾ ਕਿਵੇਂ ਹੈ, ਸ਼ਬਦ ਨਾਲ ਗੱਲਾਂ ਕਿਵੇਂ ਕਰਨੀਆਂ। ਇਹ ਸਵਾਲ ਕੀਤਾ ਪਿਆਰੇ ਦਇਆ ਸਿੰਘ ਜੀ ਨੇ ਵੀ ਸ਼ਬਦ ਨਾਲ ਗੱਲਾਂ ਕਿਵੇਂ ਕੀਤੀਆਂ ਜਾਣ। ਤਾਂ ਮਹਾਰਾਜ ਕਹਿੰਦੇ ਗੋਬਿੰਦ ਦਾ ਨਾਮ ਜਪ ਲਓ। ਵਾਹਿਗੁਰੂ ਗੁਰੂ ਮੰਤਰ ਜਿਹੜਾ ਗੋਬਿੰਦ ਦਾ ਨਾਮ ਹੈ ਇਹ ਜਪੋ, ਇਹ ਵੀ ਸ਼ਬਦ ਨਾਲ ਗੱਲਾਂ ਕਰਨਾ। ਫਿਰ ਗੁਰਬਾਣੀ ਦਾ ਕੀਰਤਨ ਕਰ ਲਓ, ਫਿਰ ਸੰਥਿਆ ਕਰ ਲਓ। ਜਿਵੇਂ ਗੁਰੂ ਖਾਲਸਾ ਜੀ ਵਿਦਿਆਰਥੀ ਜਨ ਸੰਥਿਆ ਪੜ੍ਹਦੇ ਨੇ, ਇਹ ਵੀ ਸ਼ਬਦ ਦੇ ਨਾਲ ਗੱਲਾਂ ਕਰਨੀਆਂ। ਤੇ ਜੇ ਸ਼ਬਦ ਨਾਲ ਗੱਲਾਂ ਨੇ ਜਿਹੜੀਆਂ, ਉਹ ਗੁਰੂ ਨਾਨਕ ਦੇ ਨਾਲ ਬੋਲਣਾ ਹੈ। ਸਮਝੋ ਵੀ ਗੁਰੂ ਨਾਨਕ ਨਾਲ ਹੀ ਗੱਲਾਂ ਕਰਦੇ ਪਏ ਨੇ। ਕਈ ਗੁਰੂ ਖਾਲਸਾ ਜੀ ਸੰਥਿਆ ਨਹੀਂ ਪਕਾਉਂਦੇ, ਵਿਦਿਆਰਥੀ ਜਨ ਆਮ ਵੇਖੀਦੇ ਨੇ ਉਹ ਢਲਿਆਈ ਕਰਦੇ ਨੇ, ਆਲਸ ਕਰਦੇ ਨੇ। ਜਿਹੜੀ ਸੰਥਿਆ ਪੜ੍ਹਨੀ ਹੈ ਬਾਰ-ਬਾਰ, ਇਹ ਵੀ ਗੁਰ ਸ਼ਬਦ ਦੀ ਕਮਾਈ ਹੈ। ਗੁਰ ਸ਼ਬਦ ਨੂੰ ਪੜ੍ਹਨਾ ਹੈ ਤੇ ਗੁਰ ਸ਼ਬਦ ਨੂੰ ਪੜ੍ਹਨਾ ਕੀ ਹੈ? ਗੁਰੂ ਨਾਨਕ ਨਾਲ ਗੱਲਾਂ ਕਰਨਾ। ਸੰਥਿਆ ਵੀ ਇੱਕ ਵੱਡਾ ਤਪ ਹੈ, ਕੀਰਤਨ ਵੀ ਇੱਕ ਵੱਡਾ ਤਪ ਹੈ, ਨਾਮ ਜਪਣਾ ਵੀ ਇੱਕ ਵੱਡਾ ਤਪ ਹੈ। ਇਹ ਗੁਰ ਸ਼ਬਦ ਦੇ ਨਾਲ ਗੱਲਾਂ ਕਰਨੀਆਂ ਹੈ। ਤੇ ਜਿਹਨੇ ਗੁਰ ਸ਼ਬਦ ਨਾਲ ਗੱਲਾਂ ਕਰਨੀਆਂ ਸਮਝ ਲਵੇ ਵੀ ਉਹਨੇ ਸਤਿਗੁਰਾਂ ਦੇ ਨਾਲ ਬੋਲ ਸਾਂਝੀ ਕਰ ਲਏ। ਗੁਨਾਨਵਾਦ ਪੁਨ ਸਿਫਤ ਸਲਾਹਨ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਕਥਾ ਕਰ ਲਵੇ। ਇਹ ਵੀ ਗੁਰ ਸ਼ਬਦ ਦੇ ਨਾਲ ਗੱਲਾਂ ਕਰਨੀਆਂ। ਜਿਹੜੀ ਕਥਾ ਕਰਨੀ ਹੈ ਅਕਾਲ ਪੁਰਖ ਪਰਮੇਸ਼ਰ ਦੀ ਗੁਰਬਾਣੀ ਦੀ ਕਥਾ ਕਰਕੇ ਸਿਫਤ ਸ਼ਲਾਘਾ ਕਰਨੀ ਹੈ। ਇਹ ਵੀ ਗੁਰ ਸ਼ਬਦ ਦੇ ਨਾਲ ਗੱਲਾਂ ਕਰਨ ਦੇ ਬਰਾਬਰ ਹੀ ਹੈ। ਉਠਤ ਬੈਠਤ ਸੈਨ ਕਰੰਥਾ। ਉੱਠਦਿਆਂ ਬਹਿੰਦਿਆਂ ਸੌਂਦਿਆਂ ਵਾਹਿਗੁਰੂ ਗੁਰ ਮੰਤਰ ਦਾ ਨਾਮ ਜਪਣਾ, ਗੁਰ ਸ਼ਬਦ ਦੀ ਕਥਾ ਵਿਚਾਰਨੀ, ਆਪਣੇ ਮਨ ਵਿੱਚ ਗੁਰ ਸ਼ਬਦ ਦੇ ਅਰਥ ਵਿਚਾਰਨੇ। ਇਹ ਸ਼ਬਦ ਸੰਭਾਖਣ, ਸ਼ਬਦ ਪੜ੍ਹਨਾ ਹੈ। ਇਹ ਸ਼ਬਦ ਦੇ ਨਾਲ ਗੱਲਾਂ ਕਰਨੀਆਂ ਤੇ ਗੁਰ ਸ਼ਬਦ ਦੇ ਨਾਲ ਗੱਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨਾਲ ਬੋਲ ਸਾਂਝੇ ਕਰਨ ਦੇ ਬਰਾਬਰ ਹੈ। ਪਾਵਨ ਪੰਥ ਖਾਲਸਾ ਪ੍ਰਗਟਿਓ। ਫਿਰ ਮਹਾਰਾਜ ਕਹਿੰਦੇ ਜਿਹੜਾ ਪਾਵਨ ਪੰਥ, ਉੱਤਮ ਪੰਥ, ਗੁਰੂ ਕਾ ਪੰਥ ਖਾਲਸਾ ਪ੍ਰਗਟ ਹੋਇਆ ਏ। ਚਾਰ ਵਰਨ ਆਸ਼ਰਮ ਸੁਭ ਪੰਥਾ। ਹਾਂ, ਜਿਹੜੇ ਚਾਰ ਵਰਨ ਤੇ ਚਾਰ ਆਸ਼ਰਮ, ਉਹਨਾਂ ਨੂੰ ਸੋਧ ਸੁਧਾਰ ਕੇ ਜੋ ਸ਼ੁਭ ਪੰਥ ਅਕਾਲ ਪੁਰਖ ਪਰਮੇਸ਼ਰ ਦੀ ਰਜਾ ਨਾਲ ਪ੍ਰਗਟ ਹੋਇਆ ਏ। ਇਨਕੇ ਦਰਸ ਸਤਿਗੁਰ ਕੋ ਦਰਸ਼ਨ। ਇਹ ਗੁਰੂ ਕੇ ਪੰਥ ਖਾਲਸੇ ਦੇ ਦਰਸ਼ਨ ਕਰਨੇ
ਸਤਿਗੁਰੂ ਗੁਰੂ ਨਾਨਕ ਦੇ ਦਰਸ਼ਨ ਕਰਨ ਦੇ ਬਰਾਬਰ ਹੈ। ਬੋਲਨ ਗੁਰੂ ਸ਼ਬਦ ਗੁਰ ਗ੍ਰੰਥਾ। ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬੋਲਣਾ ਕਿਹੜਾ ਹੈ? ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਪੜ੍ਹਨੇ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਪੜ੍ਹਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬੋਲ ਸਾਂਝੇ ਕਰਨ ਦੇ ਬਰਾਬਰ ਹੈ। ਦੁਆਦਸ ਰੂਪ ਸਤਿਗੁਰ ਏ ਕਹੀਅਤ। ਮਹਾਰਾਜ ਕਲਗੀਧਰ ਜੀ ਕਹਿੰਦੇ 12 ਸਰੂਪ ਇਹ ਕਹੇ ਜਾਂਦੇ ਨੇ ਗੁਰੂ ਨਾਨਕ ਦੀ ਗੱਦੀ ਦੇ। ਗੁਰੂ ਨਾਨਕ ਦੀ ਗੱਦੀ ਗੁਰੂ ਖਾਲਸਾ ਜੀ 12 ਜਾਮਿਆਂ ਦੇ ਵਿੱਚ ਵਰਤੀ ਹੈ। 11ਵਾਂ ਗੁਰੂ ਕਾ ਪੰਥ ਖਾਲਸਾ। ਪੰਥ ਖਾਲਸੇ ਨੂੰ ਪਹਿਲਾਂ ਤੇ ਮਹਾਰਾਜ ਨੇ ਜਦੋਂ ਆਪ ਅੰਮ੍ਰਿਤ ਛਕਿਆ ਉਦੋਂ ਗੁਰੂ ਪਦਵੀ ਦਿੱਤੀ। ਚਮਕੌਰ ਸਾਹਿਬ ਵਿਖੇ ਤਿਲਕ ਦਿੱਤਾ ਹੈ ਤੇ ਨੰਦੇੜ ਦੀ ਧਰਤੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ। ਹੁਣ ਕਈ ਕਹਿ ਦੇਣਗੇ ਜੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਤੇ ਪਿੱਛੋਂ ਦਿੱਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਦੀ ਗੱਲ ਪਹਿਲਾਂ ਕਿਵੇਂ ਆ ਗਈ ਸਰਬਲੋ ਪ੍ਰਕਾਸ਼ ਵਿੱਚ। ਮਹਾਰਾਜ ਪਹਿਲਾਂ ਵੀ ਇਹ ਬਚਨ ਕਰਦੇ ਰਹਿੰਦੇ ਸਨ। ਭਾਈ ਨੰਦ ਲਾਲ ਜੀ ਦੇ ਬਚਨ ਪੜੋ। 3 ਰੂਪ ਹੈ ਮੋਏ ਕੇ ਸੁਨੋ ਨੰਦ ਚਿਤ ਲਾਏ। ਨੰਦ ਲਾਲ ਜੀ 3 ਰੂਪ ਨੇ ਮੇਰੇ, ਨਿਰਗੁਣ ਸਰਗੁਣ ਤੇ ਗੁਰ ਸ਼ਬਦ। ਇਸ਼ਾਰਾ ਪਹਿਲਾਂ ਵੀ ਕੀਤਾ ਸੀ। ਫਿਰ ਗੁਰੂ ਖਾਲਸਾ ਜੀ ਮਹਾਰਾਜ ਸਾਹਿਬ ਜੀ ਦਾ ਮੁਕਤ ਮਾਰਗ, ਉਹਦੇ ਵਿੱਚ ਵੀ ਮਹਾਰਾਜ ਦਾ ਇਸ਼ਾਰਾ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਰੂਪ ਨੇ, ਅੱਗੇ ਹੋਣਗੇ। ਫਿਰ ਹੋਰਨਾਂ ਗ੍ਰੰਥਾਂ ਵਿੱਚ ਵੀ ਮਹਾਰਾਜ ਦੇ ਇਸ਼ਾਰੇ ਪਹਿਲਾਂ ਮਿਲਦੇ ਨੇ। ਤੇ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਜਦੋਂ ਉੱਥੋਂ ਦੇ ਵਸਨੀਕਾਂ ਨੇ ਗੁਰੂ ਨਾਨਕ ਦੀ ਗੱਦੀ ਪੁੱਛੀ ਤੇ ਮਹਾਰਾਜ ਨੇ ਪਹਿਲਾਂ ਹੀ ਦੱਸਤਾ ਵੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਗੁਰੂ ਪੰਥ ਦੇ ਵਿੱਚ ਗੁਰੂ ਨਾਨਕ ਦੀ ਜੋਤ ਸਮਾਏਗੀ, ਅਸਾਂ ਸੱਚਖੰਡ ਨੂੰ ਚਲੇ ਜਾਣਾ। ਤੇ ਮਹਾਰਾਜ ਨੇ ਸਰਬਲੋ ਗ੍ਰੰਥ ਦਾ ਭੋਗ ਪਾਇਆ। 10ਮ ਬਾਣੀ ਦੇ ਅਰਥ ਪੜ੍ਹਾਏ। 14 ਮਹੀਨੇ ਰਹੇ ਸੱਚਖੰਡ ਹਜ਼ੂਰ ਸਾਹਿਬ ਦੀ ਧਰਤੀ ਤੇ। ਅਨੇਕਾਂ ਕੌਤਕ ਕਰਦੇ ਹੋਏ ਮਹਾਰਾਜ ਸਾਹਿਬ ਜੀ ਉੱਥੇ ਸਿੰਘਾਸਨ ਲਾ ਕੇ ਵਿਰਾਜਮਾਨ ਹੋ ਗਏ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ 12 ਸਰੂਪ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ। ਦੁਆਦਸ ਭਾਨ ਪ੍ਰਗਟ ਹਰ ਸੰਤਾ। ਇਹ ਹਰੀ ਦਿਓ ਸੰਤੋ ਇਹ 12 ਸੂਰਜ ਹੀ ਨੇ ਪ੍ਰਗਟ। ਜਿਵੇਂ ਸੂਰਜ ਗੁਰੂ ਖਾਲਸਾ ਜੀ 12 ਮਹੀਨਿਆਂ ਵਿੱਚ 12 ਰੂਪਾਂ ਵਿੱਚ ਚਮਕਦਾ ਹੈ, ਇਸੇ ਤਰੀਕੇ ਦੇ ਨਾਲ ਗੁਰੂ ਖਾਲਸਾ ਜੀ ਇਹ 12 ਜਾਮਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਜੋਤ ਸੂਰਜ ਦੀ ਨਿਆਈ ਉਹ ਚਮਕੀ ਹੈ। ਕਵੀ ਸੰਤੋਖ ਸਿੰਘ ਜੀ ਨੇ ਨਾਮ ਰੱਖਿਆ ਗੁਰਪ੍ਰਤਾਪ ਸੂਰਜ। ਗੁਰੂ ਖਾਲਸਾ ਜੀ ਉਹ ਗੁਰਪ੍ਰਤਾਪ ਚੰਦਰਮਾ ਵੀ ਨਾਮ ਰੱਖ ਸਕਦੇ ਸੀ। ਸੂਰਜ ਹੀ ਕਿਉਂ ਰੱਖਿਆ? ਕਿਉਂਕਿ ਸੂਰਜ ਦੀਆਂ 12 ਰਾਸ਼ੀਆਂ ਹੁੰਦੀਆਂ ਨੇ। 12 ਰਾਸ਼ੀਆਂ ਵਿੱਚ ਉਹਨਾਂ ਨੇ ਇਤਿਹਾਸ ਲਿਖਿਆ ਹੈ। ਇਹਦਾ ਕਾਰਨ ਇਹ ਹੈ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ 12 ਜਾਮਿਆਂ ਵਿੱਚ ਆਏ ਤੇ ਕਲਗੀਧਰ ਪਾਤਸ਼ਾਹ ਜੀ ਨੇ ਲਿਖਿਆ ਕਿ ਇਹ ਮਾਨੋ ਵੀ 12 ਸੂਰਜ ਜੀ ਨੇ ਪ੍ਰਗਟ। ਗੁਰੂ ਨਾਨਕ ਜਿਹੜਾ ਇਹ ਸੂਰਜ ਦੀ ਨਿਆਈ ਹੈ ਤੇ 12 ਜਾਮੇ ਜਿਹੜੇ ਨੇ ਇਹ ਰਾਸਾਂ ਦੀ ਨਿਆਈ ਹੈ। ਗੁਰੂ ਨਾਨਕ ਦੀ ਜੋਤ ਸੂਰਜ ਦੀ ਨਿਆਈ 12 ਰਾਸ਼ੀਆਂ ਰੂਪ ਜਾਮਿਆਂ ਦੇ ਵਿੱਚ ਹੋ ਕਰਕੇ ਵਰਤੀ ਹੈ। ਇਹ ਗੁਰੂ ਕਿਉ ਸੰਤੋ। ਕਵੀ ਸੰਤੋਖ ਸਿੰਘ ਜੀ ਨੇ ਵੀ ਇਹ ਸਰਬਲੋ ਪ੍ਰਕਾਸ਼ ਗ੍ਰੰਥ ਤੋਂ ਸੇਧ ਲੈ ਕੇ ਆਪਣੇ ਗ੍ਰੰਥ ਦਾ ਨਾਮ ਗੁਰਪ੍ਰਤਾਪ ਸੂਰਜ ਰੱਖਿਆ। ਇਹ ਐਸਾ ਮਹਾਨ ਗ੍ਰੰਥ ਹੈ। ਕਈ ਕਹਿੰਦੇ ਆ ਜੀ ਪੰਥ ਜੀ ਦਾ ਪ੍ਰਚਾਰ ਨਹੀਂ ਹੋਇਆ। ਗੁਰੂ ਖਾਲਸਾ ਜੀ ਤਤ ਖਾਲਸਾ ਇਹਦੇ ਵਿੱਚ ਆਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਦੀ ਗੱਲ ਇਹਦੇ ਵਿੱਚ ਆਈ ਹੈ। ਇਸ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਨਾਮ ਇਹਦੇ ਚੋਂ ਲਿਆ ਗਿਆ ਹੈ। ਪੰਥ ਪ੍ਰਕਾਸ਼ ਗ੍ਰੰਥ ਦਾ ਨਾਮ ਇਹ ਸਰਬਲੋ ਗ੍ਰੰਥ ਵਿੱਚੋਂ ਲਿਆ ਗਿਆ ਹੈ। ਇਸੇ ਤਰ੍ਹਾਂ 4 ਸਾਹਿਬਜ਼ਾਦਿਆਂ ਦੀ ਗੱਲ ਇਹਦੇ ਵਿੱਚ ਆਈ ਹੈ। ਗੁਰੂ ਕੇ ਪੰਥ ਖਾਲਸੇ ਦੇ ਕਾਨੂੰਨ ਕਾਇਦੇ ਮਹਾਰਾਜ ਨੇ ਇਸ ਗ੍ਰੰਥ ਵਿੱਚ ਕਹੇ ਨੇ। ਇਸ ਗ੍ਰੰਥ ਦਾ ਪ੍ਰਚਾਰ ਕਿਉਂ ਨਹੀਂ? ਸਾਰੇ ਹੀ ਗੁਰਮੁਖ ਇਸ ਗ੍ਰੰਥ ਨੂੰ ਪੜ੍ਹਦੇ ਸੁਣਦੇ ਤੇ ਵਿਚਾਰਦੇ ਸਨ। ਸਮੇਂ-ਸਮੇਂ ਤੇ ਇਹਦਾ ਪ੍ਰਚਾਰ ਪ੍ਰਸਾਰ ਹੁੰਦਾ ਰਿਹਾ। ਬਾਬਾ ਸੰਤਾ ਸਿੰਘ ਜੀ 96 ਕਰੋੜੀ ਮਹਾਂਪੁਰਖ ਉਹਨਾਂ ਨੇ ਅਤੀ ਉੱਤਮ ਕਰਕੇ ਇਹ ਗੁਰੂ ਖਾਲਸਾ ਜੀ ਗ੍ਰੰਥ ਛਪਵਾਈ ਵਿੱਚ ਲਿਆਂਦਾ ਅਤੇ ਇਹ ਗ੍ਰੰਥ ਦਾ ਪਠਨ ਪਾਠਨ ਦੁਨੀਆ ਦੇ ਵਿੱਚ ਸ਼ੁਰੂ ਹੋਇਆ। ਕਈ ਤਰੀਕਿਆਂ ਦੇ ਗੁਰੂ ਖਾਲਸਾ ਜੀ ਸ਼ੰਕੇ ਉਠਾਏ ਨੇ ਜੀ ਮਹਾਰਾਜ ਨੇ ਆਪਣੇ ਆਪ ਨੂੰ ਇੱਥੇ ਕਿਵੇਂ ਲਿਖ ਦਿੱਤਾ। ਗੁਰੂ ਮਹਾਰਾਜ ਨੇ 12 ਗੁਰੂਆਂ ਦੀ ਗੱਲ ਕੀਤੀ ਹੈ, ਆਪਣੇ ਆਪ ਨੂੰ ਦਾਸ ਕਿਉਂ ਨਹੀਂ ਲਿਖਿਆ? ਗੁਰੂ ਖਾਲਸਾ ਜੀ ਬਚਿੱਤਰ ਨਾਟਕ ਵਿੱਚ ਲਿਖਿਆ ਹੈ
ਗੁਰ ਦੋਖੀ ਸਗ ਕੀ ਮ੍ਰਿਤ ਪਾਵੈ। ਜਦੋਂ ਗੁਰੂ ਖਾਲਸਾ ਜੀ ਪਾਉਂਟਾ ਸਾਹਿਬ ਦੇ ਯੁੱਧ ਦੀ ਗੱਲ ਆਉਂਦੀ ਹੈ, ਜਿਹੜੇ ਭੱਜ ਗਏ ਜੰਗ ਦੇ ਮੈਦਾਨ ਨੂੰ ਛੱਡ ਕੇ, ਉਹਨਾਂ ਦੇ ਪ੍ਰਥਾਏ ਮਹਾਰਾਜ ਨੇ ਲਿਖਿਆ ਜਿਹੜਾ ਗੁਰੂ ਦੋਖੀ ਹੁੰਦਾ ਉਹ ਕੁੱਤੇ ਦੀ ਮੌਤ ਪਾਉਂਦਾ ਹੈ। ਉੱਥੇ ਆਪਣੇ ਆਪ ਨੂੰ ਕਲਗੀਧਰ ਜੀ ਨੇ ਗੁਰੂ ਲਿਖਿਆ ਹੈ ਕਿ ਆਪਾਂ ਬਚਿੱਤਰ ਨਾਟਕ ਨੂੰ ਵੀ ਰੱਦ ਕਰ ਦਿਆਂਗੇ। ਇਸ ਵਾਸਤੇ ਜੋ ਗੁਰੂ ਨਾਨਕ ਦੀ ਗੱਦੀ ਮਹਾਰਾਜ ਨੂੰ ਪ੍ਰਾਪਤ ਹੋਈ, ਉਹ ਗੁਰੂ ਨਾਨਕ ਦੀ ਗੱਦੀ ਦਾ ਭਾਵ ਰੱਖਦਿਆਂ ਜਿੱਥੇ ਬਚਨ ਕੀਤਾ, ਉੱਥੇ ਮਹਾਰਾਜ ਨੇ ਆਪਣੇ ਆਪ ਨੂੰ ਗੁਰ ਵੀ ਵਰਤਿਆ। ਤੇ ਜਿੱਥੇ ਗੁਰੂ ਖਾਲਸਾ ਜੀ ਨਿਮਰਤਾ ਦੀ ਗੱਲ ਆਈ, ਉੱਥੇ ਦਸਕ ਮੈਂ ਉਹ ਸਤਿਗੁਰਾਂ ਦੀ ਗੱਦੀ ਦਾ ਵਰਣਨ ਕਰਦਾ ਜਿਹਨੇ ਮੈਨੂੰ 10ਵਾਂ ਪਾਤਸ਼ਾਹ ਬਣਾਇਆ। ਉੱਥੇ ਮਹਾਰਾਜ ਨੇ ਨਿਮਰਤਾ ਦੀ ਗੱਲ ਵੀ ਕੀਤੀ ਹੈ। ਇਸ ਵਾਸਤੇ ਇਹੋ ਜਿਹੇ ਉਟੰਗਣ ਕਰਨੇ ਗੁਰਸਿੱਖਾਂ ਨੂੰ ਬਣ ਨਹੀਂ ਆਉਂਦੇ। ਸਾਹਿਬ ਦੀ ਬਾਣੀ ਦੇ ਉੱਪਰ ਇਹ ਸੱਚੇ ਪਾਤਸ਼ਾਹ ਦੀ ਬਾਣੀ ਹੀਰਿਆਂ ਮੋਤੀਆਂ ਜਵਾਹਰਾਤਾਂ ਦਾ ਭੰਡਾਰਾ ਹੈ। ਸੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਪ੍ਰਤੱਖ ਕਲਾ ਪਾਰ ਬ੍ਰਹਮ ਧਨੀਸ਼ੈ। ਹਾਂ, ਪ੍ਰਤਿਅਕਸ਼ ਹੁੰਦਾ ਇਹ ਹਿੰਦੀ ਦਾ ਸ਼ਬਦ, ਤੋ ਜੋ ਬੋਲਣਾ ਹੈ ਪ੍ਰਤਿਅਖ ਕਲਾ ਪਾਰ ਬ੍ਰਹਮ ਧਨੀਸ਼ੈ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਪ੍ਰਗਟ ਹੀ ਕਲਾ ਮੈਨੇ ਸ਼ਕਤੀ, ਪਾਰ ਬ੍ਰਹਮ ਧਨੀ ਮੈਨੇ ਮਾਲਕ, ਸ਼ੈ ਮੈਨੇ ਹੈ। ਸ਼ੈ ਗੁਰੂ ਖਾਲਸਾ ਜੀ ਇਹ ਬਿਹਾਰਵਾਲ ਦੀ ਬੋਲੀ ਹੈ। ਜਿਵੇਂ ਕਿਆ ਸ਼ੈ ਕੀ ਹਾਲ ਹੈ, ਤੋ ਸ਼ੈ ਮੈਨੇ ਹੈ, ਧਨੀ ਮੈਨੇ ਮਾਲਕ। ਇਹ ਪ੍ਰਤੱਖ ਪਾਰ ਬ੍ਰਹਮ ਦੀ ਕਲਾ ਜਿਹੜੀ ਵਰਤਦੀ ਪਈ ਹੈ। ਗ੍ਰੰਥ ਪੰਥ ਖਾਲਸ ਵਰਤਨਤਾ। ਮਹਾਰਾਜ ਕਲਗੀਧਰ ਜੀ ਕਹਿੰਦੇ ਕਲਾ ਕਿੱਥੇ ਵਰਤਦੀ ਪਈ ਹੈ? ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਪੰਥ ਦੇ ਵਿੱਚ। ਪਾਰ ਬ੍ਰਹਮ ਦੀ ਜੋ ਕਲਾ ਗੁਰੂ ਨਾਨਕ ਰੂਪ ਹੋ ਕੇ ਵਰਤੀ, ਉਹ ਪ੍ਰਤੱਖ ਕਲਾ ਹੁਣ ਗੁਰੂ ਕੇ ਪੰਥ ਖਾਲਸੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤਦੀ ਪਈ ਹੈ। ਦਾਸ ਗੋਬਿੰਦ ਫਤਿਹ ਸਤ ਗੁਰੂ ਕੀ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਗੋਬਿੰਦ ਸਿੰਘ ਤੇ ਦਾਸ ਹੈ। ਇੱਥੇ ਮਹਾਰਾਜ ਨੇ ਦਾਸਾ ਭਾਵ ਲਿਖ ਦਿੱਤਾ ਹੈ। ਜਿਹੜੀ ਫਤਿਹ ਹੋਈ ਹੈ 14 ਜੰਗਾਂ ਦੀ ਜਾਂ ਹੋਰ ਕੰਮਾਂ ਦੀ, ਉਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਹੀ ਹੋਈ ਹੈ। ਗੁਰਮੁਖ ਪ੍ਰਕਾਸ਼ ਵਿੱਚ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਇਹ ਬਾਣੀ ਦਾ ਹਵਾਲਾ ਦਿੱਤਾ ਹੈ। ਤੇ ਪੁਰਾਣੀਆਂ ਪੀੜਾਂ ਵਿੱਚ ਵੀ ਇੱਥੇ ਗੁਰੂ ਖਾਲਸਾ ਜੀ ਦਾਸ ਗੋਬਿੰਦ ਸਿੰਘ ਪਦ ਵੀ ਆਇਆ ਹੈ, ਪਰ ਕਵਿਤਾ ਦੇ ਲਿਹਾਜ਼ ਨਾਲ ਦਾਸ ਗੋਬਿੰਦ ਫਤਿਹ ਸਤਿਗੁਰੂ ਕੀ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਫਤਿਹ ਜਿਹੜੀ ਹੈ ਉਹ ਸਤਿਗੁਰੂ ਗੁਰੂ ਨਾਨਕ ਦੀ ਕਿਰਪਾ ਨਾਲ ਹੀ ਹੋਈ ਹੈ। ਗੋਬਿੰਦ ਸਿੰਘ ਵਿਚਾਰਾ ਤੇ ਦਾਸ ਸੀ। ਖਾਸ ਗ੍ਰੰਥ ਗੁਰ ਰੂਪ ਬਦੰਤਾ। ਹਾਂ, ਜੋ ਗੁਰੂ ਨਾਨਕ ਸਾਹਿਬ ਜੀ ਦਾ ਖਾਸ ਸਰੂਪ ਗੁਰੂ ਗ੍ਰੰਥ ਸਾਹਿਬ, ਉਹ ਬਦੰਤਾ ਤੁਹਾਨੂੰ ਕਹਿ ਦਿੱਤਾ ਹੈ। 2 ਪਦ 1 ਦਵਾਂ ਪਦਿਆਂ ਦਾ ਇੱਕ ਮਹਾਰਾਜ ਸਾਹਿਬ ਜੀ ਨੇ ਪੂਰਾ ਕੀਤਾ ਹੈ। ਇਤ ਸਤ ਗੁਰ ਬਿਗ੍ਰਹ ਗ੍ਰੰਥ ਬਿਰਚਤੰ ਸੁਭੰ। ਮਹਾਰਾਜ ਸਾਹਿਬ ਜੀ ਕਹਿੰਦੇ ਜੋ ਸਤਿਗੁਰਾਂ ਦਾ ਸਰੂਪ ਗ੍ਰੰਥ ਹੈ, ਇਤ ਤੇ ਜਮਕ ਸਤਿਗੁਰ ਬਿਗ੍ਰਹ ਗ੍ਰੰਥ, ਜੋ ਸਤਿਗੁਰਾਂ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਹੈ, ਬਿਰਚਤੰ ਸੁਭੰ, ਉਹਦਾ ਮਹਾਤਮ ਤੇ ਉਹਦੀ ਪੂਜਾ ਉਹ ਤੁਹਾਡੇ ਤਾਈਂ ਮੈਂ ਕਹਿ ਦਿੱਤੀ ਹੈ, ਰਚ ਕੇ ਤੁਹਾਨੂੰ ਦੱਸ ਦਿੱਤੀ ਹੈ। ਸੁਭੰ ਭਲਾ ਹੋਵੇ। ਮਹਾਰਾਜ ਸਾਹਿਬ ਜੀ ਨੇ ਨਾਮ ਗੋਬਿੰਦ ਕੀਰਤਨ ਸੰਥਾ ਇਹ ਪੂਜਾ ਦੱਸੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕਰਨੀ, ਗੁਰੂ ਗ੍ਰੰਥ ਸਾਹਿਬ ਦਾ ਕੀਰਤਨ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਨੂੰ ਨਾਮ ਬਣਾ ਕੇ ਜਪਣਾ, ਤੇ ਇਹ ਸ਼ਬਦਾਂ ਨੂੰ ਪੜ੍ਹਨਾ ਤੇ ਗੁਰੂ ਨਾਨਕ ਨਾਲ ਗੱਲਾਂ ਕਰਨ ਦੇ ਬਰਾਬਰ ਫਿਰ ਕਥਾ ਕਰਨੀ, ਇਹ ਸਾਰਾ ਗੁਰੂ ਖਾਲਸਾ ਜੀ ਪੂਜਾ ਦੇ ਵਿੱਚ ਹੈ। ਤੇ ਫਿਰ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ 12ਵੇਂ ਸਥਾਨ ਦੇ ਉੱਪਰ ਗੁਰਤਾ ਦੀ ਗੱਲ ਕੀਤੀ ਹੈ, ਗੁਰੂ ਨਾਨਕ ਸਾਹਿਬ ਜੀ ਨੇ ਇਹ ਮਹਾਤਮ ਦੱਸਿਆ ਹੈ। ਇਸ ਤਰੀਕੇ ਨਾਲ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਹੋਈ ਭੁੱਲ ਚੁੱਕ ਦੀ ਖਿਮਾ ਜੀ। ਪ੍ਰਤਿਅਖ ਕਲਾ ਪਾਰ ਬ੍ਰਹਮ ਧਨੀਸ਼ੈ, ਗ੍ਰੰਥ ਪੰਥ ਖਾਲਸ ਵਰਤੰਤਾ। ਦਾਸ ਗੋਬਿੰਦ ਫਤਿਹ ਸਤਿਗੁਰੂ ਕੀ, ਖਾਸ ਗ੍ਰੰਥ ਗੁਰ ਰੂਪ ਬਦੰਤਾ। ਦੁਪਦ 1 ਇਤ ਸਤਿਗੁਰ ਬਿਗ੍ਰਹ ਗ੍ਰੰਥ ਬਿਰਚਤੰ ਸੁਭੰ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ